पंजाबी नैशनल टीवी देख रहे सारे ਸਰੋਤਿਆਂ ਦਾ ਸਾਰੇ ਦਰਸ਼ਕਾਂ ਦਾ ਗੁਰਚਰਨ ਥਿੰਦ ਵੱਲੋਂ बहुत बहुत स्वागत है। ਸਾਰਿਆਂ ਨੂੰ प्यार भरी सत श्री अकाल नमस्कार ते आदाब। एक बार फिर तुसी प्रोग्राम गलबात में शामिल हो रहे हो तो गलबात प्रोग्राम दे विच हमेशा आपां गलबात करते हैं किसी ना किसी अहम शख्सियत दे नाल। ते मैनूं ये दसदे बड़ी खुशी हो रही है कि अज साडे नाल कैलगरी दी जानी पहचानी शख्सियत हरीपाल जी गलबात प्रोग्राम दे विच शामिल हो रहे हैं। हरीपाल जी तुहाडा पंजाबी नैशनल टीवी ते बहुत बहुत स्वागत है। थैंक यू मैडम जी। तुहाडे सारे ਸਰੋਤਿਆਂ ਨੂੰ पंजाबी नैशनल टीवी ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ जी। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਵੱਲੋਂ ਤੇ ਤੁਹਾਡਾ ਇੱਕ ਵਾਰੀ ਫਿਰ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ, ਥੈਂਕ ਯੂ। ਹਰੀਪਾਲ ਜੀ ਤੁਸੀਂ ਕਾਫੀ ਲੰਬੇ ਸਮੇਂ ਤੋਂ ਕੈਲਗਰੀ ਦੇ ਵਿੱਚ ਕੈਨੇਡਾ ਦੇ ਵਿੱਚ ਰਹਿ ਰਹੇ ਹੋ। ਹਾਂਜੀ, ਮੈਂ ਚਾਹਾਂਗੀ ਕਿ ਤੁਸੀਂ ਛੋਟੀ ਜਿਹੀ ਨਿੱਕੀ ਜਿਹੀ ਇੰਟਰੋਡਕਸ਼ਨ ਆਪਣੀ ਦੇ ਦਿਓ ਕਿ ਤੁਸੀਂ ਕਦੋਂ ਪੰਜਾਬ ਤੋਂ ਕੈਲਗਰੀ ਦੇ ਵਿੱਚ ਪਹੁੰਚੇ ਜਾਂ ਕੈਨੇਡਾ ਦੇ ਵਿੱਚ ਪਹੁੰਚੇ ਤੇ ਕਿਸ ਢੰਗ ਦੇ ਨਾਲ ਆਪਣਾ ਜੀਵਨ ਜਿਹੜਾ ਇੱਥੇ ਸ਼ੁਰੂ ਕੀਤਾ, ਕੀ ਕਾਰਨ ਬਣੇ ਕਿ ਹੱਸਦਾ ਵਸਦਾ ਪੰਜਾਬ ਛੱਡ ਕੇ ਤੁਸੀਂ ਕੈਨੇਡਾ ਦੇ ਵਾਸੀ ਆ ਬਣੇ। ਹਾਂਜੀ, ਇਹਦੇ ਮਤਲਬ ਕਈ ਕਾਰਨ ਨੇ। ਮੈਂ ਤਾਂ ਜਿੱਦਾਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਕੇ ਲੱਗ ਗਿਆ ਸੀ, ਪਰ ਮੈਨੂੰ ਲੱਗੇ ਉਹਨੂੰ ਮਹੀਨਾ ਕੀ ਹੋਇਆ ਸੀ ਤਾਂ ਮੈਨੂੰ ਇੱਧਰ ਆਉਣ ਦਾ ਜਦੋਂ ਚਾਂਸ ਲੱਗਿਆ ਮੈਂ ਜਵਾਬ ਦਿੱਤਾ ਤਾਂ ਮੇਰੇ ਡੈਡੀ ਦਾ ਫਰੈਂਡ ਕਹਿੰਦਾ ਵੀ ਤੇਰੇ ਡੈਡੀ ਸਿਰ ਬਹੁਤ ਕਰਜ਼ਾ ਚੜਿਆ ਹੋਇਆ, ਇੱਥੋਂ ਦੀ ਨੌਕਰੀ ਨਾਲ ਨਹੀਂ ਪੂਰਾ ਹੋਣਾ, ਵੀ ਨਾਲੇ ਤੇਰੇ ਛੋਟਾ ਭਰਾ ਕਿਉਂਕਿ ਉਹ ਖੇਤੀ ਕਰਨਾ ਗਿਆ ਸੀ, ਵੀ ਜੇ ਤੂੰ ਜਾਵੇਂਗਾ ਉਹ ਵੀ ਚਲਾ ਜਾਊਗਾ, ਵੀ ਉਹਦੀ ਵੀ ਜ਼ਿੰਦਗੀ ਬਣ ਜਾਊ, ਵੀ ਤੈਨੂੰ ਜਾਣਾ ਪੈਣਾ। ਤੇ ਉਹਦੇ ਕਰਕੇ ਮੈਨੂੰ ਆਉਣਾ ਪਿਆ। ਅਦਰਵਾਈਜ਼ ਮੈਂ 75 'ਚ ਨਾ ਕਰਤੀ ਸੀ ਇੱਕ ਕੈਨੇਡੀਅਨ ਰਿਸ਼ਤੇ ਨੂੰ, ਮੈਂ ਕਿਹਾ ਮੈਂ ਨਹੀਂ ਜਾਣਾ। ਵੇਖੋ ਜਦੋਂ ਅਸੀਂ ਇੱਥੋਂ ਕੈਨੇਡਾ ਆਉਣ ਵਾਲਿਆਂ ਦੀ ਗੱਲ ਕਰਦੇ ਹਾਂ, ਮੈਂ ਪਹਿਲਾਂ ਵੀ ਇੱਕ ਦੋ ਪਿਛਲੇ ਪ੍ਰੋਗਰਾਮ ਕੀਤੇ ਨੇ ਕਿ ਉਹ ਲੋਕ ਜਿਹੜੇ ਸੀ ਵਕਤਾਂ ਦੇ ਸਤਾਏ ਹਾਲਾਤਾਂ ਦੇ ਸਤਾਏ ਜਿਹੜੇ ਸੀਗੇ, ਕੁਝ ਇਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਬਣੇ ਕਿ ਅੱਜ ਵੀ ਜਿਹੜਾ ਪ੍ਰਸਥਾਨ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ। ਬਟ ਤੁਸੀਂ ਉਸ ਵੇਲੇ ਆਏ ਹੋ, ਜਿਵੇਂ ਆਪਾਂ ਗੱਲ ਕਰ ਰਹੇ ਸੀ 78 ਦੇ ਵਿੱਚ, ਜਦੋਂ ਕਿ ਹਜੇ ਪੰਜਾਬ ਜਿਹੜਾ ਵਾ ਉਹ ਬਹੁਤ ਹੀ ਕਲੋ ਚੰਗੀਆਂ ਹਾਲਾਤਾਂ ਦੇ ਵਿੱਚ ਸੀਗਾ, ਨੌਕਰੀਆਂ ਵੀ ਕਾਫੀ ਉਪਲਬਧ ਸੀਗੀਆਂ, ਸਾਰਾ ਕੁਝ ਸੀਗਾ, ਪਰ ਫਿਰ ਵੀ ਤੁਸੀਂ ਦੱਸੀਏ ਗੱਲ ਕਿ ਕਰਜ਼ਿਆਂ ਦੀ ਪੰਡ ਸਿਰ ਤੇ ਚੜੀ ਹੋਈ ਸੀ। ਬਿਲਕੁਲ ਉਹਦੇ ਕਰਕੇ ਆਉਣਾ ਪਿਆ। ਉਹਦੇ ਕਰਕੇ ਆਉਣਾ ਪਿਆ ਕਿਉਂਕਿ ਖੇਤੀ ਕਰਦੇ ਸੀ ਬਜ਼ੁਰਗ, ਖੇਤੀ ਤੁਹਾਨੂੰ ਪਤਾ ਲਾਹੇਵੰਦ ਵਾਲਾ ਸੌਦਾ ਕਦੇ ਵੀ ਨਹੀਂ ਹੋਇਆ, ਤੇ ਉਹ ਫਿਰ ਕਰਜ਼ਾ ਚੜੀ ਗਿਆ। ਭੈਣ ਦਾ ਵਿਆਹ ਕੀਤਾ ਜਾਂ ਉਹਨਾਂ ਨੇ ਘਰ ਪਾਉਣ ਲੱਗੇ, ਉਹ ਕਰਜ਼ਾ ਵੱਧ ਕੇ ਪਿੰਡਾਂ ਦੇ ਵਿੱਚ ਕਰਜ਼ਾ ਵੀ 2% ਚੱਲਦਾ, 24% ਸਾਲਾਨਾ ਹੋ ਜਾਂਦਾ ਉਹ, ਤੇ ਉਹ 6 ਮਹੀਨਿਆਂ ਬਾਅਦ ਹਿਸਾਬ ਕਰਕੇ ਫਿਰ ਮਿਕਸ ਕਰ ਦਿੰਦੇ ਆ। 2% ਮਹੀਨੇ ਤੇ ਦੇ ਦਿੰਦੇ ਆ ਜੀ, ਤੇ ਮੁੜ ਕੇ 24% ਸਾਲ ਦਾ ਉਹਨਾਂ ਹੋ ਜਾਂਦਾ। ਸੋ ਇਹ ਹੈ ਕਿ ਆਰਥਿਕਤਾ ਜਿਹੜੀ ਹੈ ਪੰਜਾਬ ਦੀ, ਉਹਨੇ ਹਮੇਸ਼ਾ ਹੀ ਉੱਥੋਂ ਦੇ ਵਾਸੀਆਂ ਨੂੰ ਦਬਲਿਆ, ਤੇ ਜਦੋਂ ਕਿਤੇ ਮੌਕਾ ਮਿਲਿਆ ਤੇ ਉਹਨਾਂ ਨੇ ਫਿਰ ਬਾਹਰ ਵੱਲ ਨੂੰ ਰਾਹ ਜਿਹੜਾ ਉਹ ਫੜਿਆ। ਤੇ ਜਦੋਂ ਤੁਸੀਂ ਇੱਥੇ ਕੈਨੇਡਾ ਆਏ ਤਾਂ ਤੁਹਾਡੇ ਮਨ ਦੇ ਵਿੱਚ ਕੀ ਸੁਪਨੇ ਸੀ? ਕੀ ਤੁਹਾਨੂੰ ਲੱਗਦਾ ਸੀਗਾ ਵੀ ਮੈਂ ਆਪਣੇ ਘਰ ਦੀ ਆਰਥਿਕਤਾ ਜਿਹੜੀ ਆ ਉਹਨੂੰ ਝਟਪਟ ਹੀ ਸਹੀ ਕਰ ਲੈਣਾ? ਨਹੀਂ, ਪਹਿਲਾਂ ਜਦੋਂ ਤੁਸੀਂ ਕੈਨੇਡੀਅਨਾਂ ਨੂੰ ਮਿਲਦੇ ਹੋ ਨਾ, ਜਦੋਂ ਪੰਜਾਬ ਦੇ ਵਿੱਚ ਬਾਹਰੋਂ ਕੈਨੇਡੀਅਨ ਜਾਂਦੇ ਆ, ਤੁਹਾਨੂੰ ਐਂ ਲੱਗਦਾ ਵੀ ਇਹ ਤਾਂ ਰੁੱਗ ਭਰ ਕੇ ਲਾਏ ਕੈਨੇਡਾ 'ਚੋਂ, ਪੈਸੇ ਇੰਨੇ ਆ। ਮੈਨੂੰ ਵੀ ਲੱਗਿਆ ਸੀ ਮੈਂ 5-4 ਸਾਲ ਲਾ ਕੇ ਕਰਜ਼ਾ ਲਾ ਕੇ ਆਪਦੇ ਮੁਲਕ ਫਿਰ ਚਲਾ ਜਾਊਂਗਾ, ਰਾਈਟ। ਤੇ ਪਰ ਜਦੋਂ ਇੱਥੋਂ ਆ ਕੇ ਜ਼ਿੰਦਗੀ ਦੀ ਅਸਲੀਅਤ ਦੇਖੀ ਨਾ, ਉਹ ਬਿਲਕੁਲ ਹੀ ਵੱਖਰੀ ਸੀ। ਜਿੱਦਾਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ, ਵੀ ਉਹ TV ਦੇ ਡਰਾਮੇ ਦੇਖਦੇ ਹਾਂ, ਪਰ ਰਿਐਲਿਟੀ ਉਹ ਚੀਜ਼ ਹੈ ਨਹੀਂ ਗੀ, ਰਾਈਟ। ਜਿੱਦਾਂ ਮੈਂ ਕੈਨੇਡਾ 'ਚ ਆਇਆ ਤਾਂ ਮੈਂ ਆ ਕੇ ਤੁਸੀਂ ਦੇਖੋ ਵੀ ਇੱਕ ਬੰਦਾ ਸੈਕਸ਼ਨਲ ਅਫੀਸਰ ਲੱਗਦਾ, ਰਾਈਟ, ਪਬਲਿਕ ਹੈਲਥ 'ਚ ਤਨਖਾਹ ਵੀ ਨਹੀਂ ਲੈਂਦਾ। ਮਹੀਨੇ ਬਾਅਦ ਜਦੋਂ ਕੈਨੇਡਾ 'ਚ ਆਉਂਦਾ, ਕਿਸੇ ਦੀ ਜਿੱਦਾਂ ਭੱਠੇ ਤੇ ਕੈਬਨਾਂ ਨਹੀਂ ਪਾਈਆਂ ਹੁੰਦੀਆਂ, ਉਸ ਤਰ੍ਹਾਂ ਦੀਆਂ ਕੈਬਨਾਂ ਫਾਰਮਾਂ 'ਚ ਪਾਈਆਂ ਨੇ। ਉੱਥੇ ਆ ਕੇ ਮੈਂ ਦਿਹਾੜੀ ਕਰਦਾ, ਗੋਭੀ ਗੁੱਡਣ ਜਾਂਦਾ ਲੋਕਾਂ ਦੇ ਨਾਲ, ਤੇ ਮੈਂ ਬਹੁਤ ਰੋਂਦਾ ਸੀ। ਇਹੋ ਜਿਹੀ ਗੱਲ ਨਹੀਂ, ਮੈਂ ਖੁਸ਼ ਨਹੀਂ ਸੀਗਾ, ਬਹੁਤ ਰੋਂਦਾ ਸੀ। ਪਰ ਜੇ ਮੈਂ ਮੁੜਦਾ ਸੀ ਉਦੋਂ ਵੀ ਕੰਮ ਖਰਾਬ ਸੀ, ਇਸ ਕਰਕੇ ਮੈਨੂੰ ਰਹਿਣਾ ਪਿਆ। ਸੱਪ ਦੇ ਮੂੰਹ 'ਚ ਕੋੜ ਕਰ ਲਈ ਹੁੰਦੀ ਹੈ, ਬਿਲਕੁਲ, ਕਿਉਂਕਿ ਬੰਦਾ ਉੱਥੋਂ ਇੰਨਾ ਜ਼ਿਆਦਾ ਪੈਸਾ ਖਰਚ ਕੇ ਆਇਆ। ਹੁਣ ਜੇ ਮੈਂ 78 ਦੇ ਪਾਸੇ ਜਾਵਾਂ ਤੇ ਮੈਨੂੰ ਲੱਗਦਾ ਕਿ ਉਸ ਵੇਲੇ ਤਾਂ 1000 ਰੁਪਇਆ ਕੱਢਣਾ ਵੀ ਘਰਾਂ 'ਚੋਂ ਔਖਾ ਹੁੰਦਾ ਸੀ, ਤਨਖਾਹਾਂ ਕੋਈ ਇੰਨੀਆਂ ਜ਼ਿਆਦਾ ਨਹੀਂ ਸੀਗੀਆਂ, ਪਰ ਜਿਹਨੂੰ ਨੌਕਰੀ ਮਿਲ ਜਾਂਦੀ ਸੀ ਉਹਦੇ ਲਈ ਸਮਝੋ ਉੱਥੇ ਬਹਿਸ਼ਤ ਹੁੰਦੀ ਸੀ। ਹਾਂ, ਬਹਿਸ਼ਤ ਸੀਗਾ। ਤੇ ਇੱਥੇ ਤੁਸੀਂ ਆਏ ਤੇ ਤੁਸੀਂ, ਮੈਨੂੰ ਲੱਗਦਾ ਜਦੋਂ ਗੋਭੀਆਂ ਦੀ ਗੱਲ ਕਰਦੇ ਹੋ ਤਾਂ ਮੈਨੂੰ ਲੱਗਦਾ ਕਿ ਜ਼ਰੂਰ ਵੈਨਕੂਵਰ ਵਾਲੇ ਪਾਸੇ ਐਬਸਫੋਰਡ ਦੇ ਵਿੱਚ ਮੈਂ ਰਿਹਾ ਹਾਂ, 1 ਸਾਲ ਉੱਥੇ ਰਿਹਾ। ਠੀਕ ਹੈ, ਤੇ 1 ਸਾਲ ਤੁਸੀਂ ਉੱਥੇ ਲੰਘਾਇਆ, ਉਸ ਤੋਂ ਬਾਅਦ ਫਿਰ ਮੈਂ ਨਾਰਥ ਚਲਾ ਗਿਆ, ਫੋਰਟ ਨੈਲਸਨ, ਜਿੱਦਾਂ ਮਿਲ ਮੁੱਲ ਦਾ ਕੋਈ ਕੰਮ ਦੇਖਣਾ, ਮਿਲਾਂ 'ਚ ਪਿਆ ਵਧੀਆ ਸੀਗਾ। ਅੱਛਾ। ਤੇ ਮਿਲ ਦੇ ਵਿੱਚ ਜਦੋਂ ਫਾਰਮਾਂ 'ਚ $3 ਘੰਟੇ ਦੀ ਸੀ ਤੇ ਉੱਥੇ $8-9 ਘੰਟੇ ਮਿਲ 'ਚ। ਫਿਰ ਮੈਂ ਮਿਲ ਚਲਾ ਗਿਆ ਫੋਰਟ ਨੈਲਸਨ, ਉੱਥੇ ਮੈਂ 20-21 ਸਾਲ ਲਾਏ, 21 ਸਾਲ ਮਿਲ 'ਚ ਕੰਮ ਕੀਤਾ। ਜਿੱਦਾਂ ਫੱਟੇ ਖਿੱਚੇ, ਲਟੈਣਾ ਖਿੱਚੀਆਂ, ਕਿਸਮ ਦੀਆਂ 4x12 ਲਟੈਣ ਹੀ ਹੁੰਦੀ ਆ। ਤੇ
ਜਿੱਦਾਂ ਅੱਗ ਸੇਕਣੀ, ਕਿਉਂਕਿ ਠੰਡ ਬਹੁਤ ਆ ਨਾਰਥ ਦੇ ਵਿੱਚ, ਫੱਟੇ ਖਿੱਚਣੇ, ਭੱਜ ਕੇ ਅੱਗ ਸੇਕਣੀ, ਫਿਰ ਫੱਟੇ ਖਿੱਚਣੇ, ਇਸ ਤਰ੍ਹਾਂ ਜਾਣੀ। ਤੇ ਮਗਰਲੇ ਕੁਛ ਸਾਲਾਂ ਜਾ ਕੇ ਜਿੱਦਾਂ ਕਰੇਨ ਜੀ ਵੀ ਚਲਾਈ, ਜਿਹੜਾ ਲੱਕੜਾਂ ਵੱਡੀਆਂ ਚੱਕਦਾ ਸੀ, ਲੋਡਰ, ਉਹ ਵੀ ਚਲਾਇਆ, ਜਾਣੀ ਬਹੁਤ ਹਾਰਡ ਕੰਮ ਕੀਤਾ ਜੀ। 21 ਸਾਲ ਤੁਸੀਂ ਬਹੁਤ ਮਿਹਨਤ ਮਜ਼ਦੂਰੀ ਵਾਲਾ ਕੰਮ ਕੀਤਾ। ਬਿਲਕੁਲ, ਹਾਂ। ਪਿੱਛੇ ਕਰਜ਼ਾ ਲੱਥ ਗਿਆ ਕਿ ਨਾ? ਪਿੱਛੇ ਕਰਜ਼ਾ ਤੁਹਾਨੂੰ ਸਹੀ ਦੱਸਦਾ, ਕਰਜ਼ਾ 2000 ਚ ਲੱਥਾ। ਅੱਛਾ। 2000 ਜਦੋਂ ਬਜ਼ੁਰਗ ਦੀ ਡੈਥ ਹੋਈ ਆ ਨਾ, ਉਦੋਂ ਵੀ 2,40,000 ਰੁਪਏ ਉਦੋਂ ਵੀ ਰਹਿੰਦਾ ਸੀ। ਤੇ ਪਰ ਇੱਕ ਗਰੀਬ ਮੁੰਡਾ, ਜੇ ਤੁਸੀਂ ਰੇਡੀਓ 'ਚ ਬੁਲਾਇਆ ਨਾ, ਬਈ ਅਸੀਂ ਜਿਹਦੇ ਪੈਸੇ ਦੇਣੇ ਆ ਸਾਤੋਂ ਲੈ ਜਾਓ, ਜਿਹਤੋਂ ਸਾਡੇ ਬਜ਼ੁਰਗ ਨੇ ਲੈਣੇ ਉਹ ਦੇ ਜਾਓ। ਸਾਨੂੰ ਪਤਾ ਸੀ, ਸਾਡੇ ਲੋਕਾਂ ਨੇ ਦੱਸਿਆ ਵੀ ਕਈਆਂ ਤੋਂ ਲੈਣਾ, ਕੋਈ ਨਹੀਂ ਆਇਆ। ਪਰ ਇੱਕ ਗਰੀਬ ਮੁੰਡਾ ਮਿਸਤਰੀਆਂ ਦਾ 5000 ਰੁਪਇਆ ਸਾਨੂੰ ਦੇ ਕੇ ਗਿਆ, ਕਹਿੰਦਾ ਮੈਂ ਚਾਚੇ ਤੋਂ ਫੜਿਆ ਸੀ। ਜਦੋਂ ਤੁਹਾਡੇ ਪਿਤਾ ਜੀ ਪੂਰੇ ਹੋਏ ਨੇ। ਹਾਂ, ਜਾਣੀ ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ, ਮੈਂ ਹੈਰਾਨ ਹੋ ਗਿਆ ਕਿ ਕਹਿੰਦੇ ਹੁੰਦੇ ਨਾ ਕਿ ਸੱਚ ਦਾ ਬੀਜ ਨਾਸ ਨਹੀਂ ਹੋਇਆ। ਹਾਂ, ਬਿਲਕੁਲ। ਸੱਚ ਦਾ ਬੀਜ ਅਜੇ ਵੀ ਹੈਗਾ, ਸੋ ਉਹਨੂੰ ਇਹ ਵੀ ਮੈਂ ਲਏ ਨੇ ਤੇ ਮੈਂ ਵਾਪਸ ਕਰਨੇ ਨੇ। ਸੋ ਤੁਸੀਂ ਕੈਨੇਡਾ ਦੇ ਵਾਸੀ ਬਣ ਗਏ, ਤੁਸੀਂ ਉੱਥੇ ਪਿੰਡ ਦੇ ਵਿੱਚ ਹੋ ਗਿਆ ਕਿ ਜੇ ਕੈਨੇਡਾ ਬਣ ਗਿਆ, ਕੈਨੇਡੀਅਨ ਆ ਗਿਆ, ਕੈਨੇਡੀਅਨ। ਜਦੋਂ ਇੱਥੋਂ ਕੈਨੇਡਾ ਵਾਸੀ ਜਾਂਦੇ ਨੇ ਤੇ ਕਾਫੀ ਸਾਰਾ ਟੌਰ ਟਪੱਕਾ ਬਣਾ ਕੇ ਜਾਂਦੇ ਨੇ। ਤੁਸੀਂ ਕਿਸ ਢੰਗ ਦੇ ਨਾਲ ਉੱਥੇ ਵਿਚਰਦੇ ਸੀ ਜਾ ਕੇ? ਮੈਂ ਤਾਂ ਕੋਈ ਟੌਰ ਟਪੱਕਾ ਨਹੀਂ ਕੀਤਾ। ਮੈਂ ਤਾਂ ਜਦੋਂ ਵਿਆਹ ਵੀ ਕਰਾਇਆ ਤਾਂ ਮਹਿਲ ਕਨਾਡੇ ਦੇ ਤੁਸੀਂ ਇੱਕ ਉਹ ਮੇਰਾ ਖਿਆਲ 50-60 ਰੁਪਏ ਲਏ ਹੋਣੇ ਉਹ ਕਾਰ ਵਾਲੇ ਨੇ, ਉਹ ਲੈ ਕੇ ਸੀ 3-4 ਜਾਣੇ। ਕਿਉਂਕਿ ਜਿੱਥੇ ਮੇਰਾ ਵਿਆਹ ਹੋਇਆ ਮੇਰੇ ਡੈਡੀ ਦੀ ਉਹਨਾਂ ਨਾਲ ਲਿਹਾਜ਼ ਸੀਗੀ, ਤੇ ਅਸੀਂ 4-5 ਜਣੇ ਗਏ ਤਾਂ ਉਹਨਾਂ ਦੇ ਲੈ ਕੇ ਅਸੀਂ ਆ ਗਏ ਸ਼ਾਮ ਪਿੰਡ ਬਸ। ਬਹੁਤ ਵਧੀਆ। ਸੋ ਇੱਕ ਬਹੁਤ ਹੀ ਸਾਦਾ ਇਨਸਾਨ, ਇੱਕ ਬਹੁਤ ਹੀ ਮਿਹਨਤਕਸ਼ ਇਨਸਾਨ ਹਰੀਪਾਲ ਜੀ, ਜਿਨ੍ਹਾਂ ਨਾਲ ਆਪਾਂ ਇਸ ਵੇਲੇ ਗੱਲ ਕਰ ਰਹੇ ਹਾਂ। ਸੋ ਹਰੀਪਾਲ ਜੀ, ਮੈਨੂੰ ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ, ਕਿਉਂਕਿ ਮੈਂ ਤੁਹਾਡੀਆਂ ਸੋਚਾਂ ਨੂੰ ਬਹੁਤ ਜ਼ਿਆਦਾ ਜਾਣਦੀ ਹਾਂ। ਮੈਂ ਤੁਹਾਡੇ ਲੇਖ ਪੜ੍ਹਦੀ ਹਾਂ, ਤੁਹਾਡੀਆਂ ਲਿਖਤਾਂ ਪੜ੍ਹਦੀ ਹਾਂ। ਤੁਹਾਡੀ ਜਿਹੜੀ ਸੋਚ ਹੈ, ਇੱਕ ਕਾਮਿਆਂ ਦੇ ਨਾਲ ਰਲ ਕੇ ਤੁਰਨ ਵਾਲੀ ਸੋਚ ਹੈ। ਤੁਹਾਡੀ ਸੋਚ ਇਸ ਆਰਥਿਕ ਪਾੜੇ ਨੂੰ ਪੂਰਨ ਵਾਲੀ ਸੋਚ ਹੈ। ਤੁਸੀਂ ਕੈਨੇਡਾ ਦੇ ਵਿੱਚ 78 ਚ ਆਏ, ਦਾ ਮਤਲਬ ਕਿ 22 ਤੇ 21 ਹੁਣ 43 ਸਾਲ ਹੋ ਗਏ। 43 ਸਾਲ ਹੋ ਗਏ। ਤੁਸੀਂ 43 ਸਾਲਾਂ ਦੇ ਵਿੱਚ ਕੈਨੇਡਾ ਦੀਆਂ ਪਰਿਸਥਿਤੀਆਂ ਦੇ ਵਿੱਚ ਆਪਣੀਆਂ ਤੇ ਜੋ ਹੋਇਆ ਹੀ ਹੋਇਆ, ਤੁਸੀਂ ਕੀ ਦੇਖਿਆ ਕਿ ਕਿੱਧਰ ਨੂੰ ਕੈਨੇਡਾ ਜਾ ਰਿਹਾ? ਜੇ ਜਦੋਂ ਮੈਂ ਕੈਨੇਡਾ ਚ ਆਇਆ ਨਾ, ਉਦੋਂ $3 ਘੰਟੇ ਦੀ ਪੇ ਸੀ, ਫਰਜ਼ ਕਰੋ ਫਾਰਮਾਂ ਚ। ਸਾਡੇ ਲੋਕ ਇੰਡੀਆ ਤੋਂ ਆ ਕੇ 3-4 ਬੰਦੇ ਕੰਮ ਕਰਕੇ ਨਾ ਸਾਲ ਖੰਡ ਚ 40,000 ਦਾ ਘਰ ਸੀ ਉੱਥੇ, ਸਾਲ ਖੰਡ ਚ ਆਪਣੇ ਬੰਦੇ ਘਰ ਲੈ ਲੈਂਦੇ ਸੀਗੇ, ਰਾਈਟ। ਪਰ ਉਦੋਂ ਬਾਅਦ ਸਿਚੁਏਸ਼ਨ ਕੀ ਬਣੀ ਕੈਨੇਡਾ ਦੀ, ਉਹ ਜਿਹੜੇ $3 ਸੀ ਉਹ ਤਾਂ 5 ਨਾਲ ਹੀ ਮਲਟੀਪਲਾਈ ਹੋਏ ਆ, ਉਹ 15 ਹੀ ਬਣੇ ਆ ਮਿਨੀਮਮ ਵੇਜ। ਪਰ ਜਿਹੜਾ ਉਹ 40,000 ਦਾ ਘਰ ਸੀ ਉਹ 25 ਗੁਣਾ ਵੱਧ ਕੇ ਉਹ 10 ਲੱਖ ਦਾ ਹੋ ਗਿਆ। ਜਾਣੀ ਹੁਣ ਉੱਥੇ $15 ਦੇ ਕੰਮ ਕਰਕੇ ਚਾਹੇ 4 ਜੀ ਕਰੀ ਜਾਣ, ਉਹ $1 ਮਿਲੀਅਨ ਦਾ ਘਰ ਨਹੀਂ ਲੈ ਸਕਦੇ। ਨਹੀਂ ਲੈ ਸਕਦੇ। ਹਾਂ। ਸੋ ਜਿਹੜੀ ਇਹ ਚੀਜ਼ ਤੁਸੀਂ ਦੇਖੀ ਕੈਨੇਡਾ ਦੇ ਵਿੱਚ ਕਿ ਜਿਹੜਾ ਆਰਥਿਕ ਪਾੜਾ ਉਹ ਵਧਿਆ, ਉਹ ਬਹੁਤ ਜ਼ਿਆਦਾ ਵਧਿਆ। ਜਿਵੇਂ ਤੁਸੀਂ ਕਿਹਾ ਵੀ ਪਹਿਲਾਂ $3 ਤਨਖਾਹ ਸੀ ਪਰ ਆਵਰ ਤੇ ਘਰ 40,000 ਦਾ, ਹੁਣ ਤਨਖਾਹ $15 ਤੇ ਘਰ ਜਿਹੜਾ 10 ਲੱਖ ਦਾ। ਸੋ ਇਹ ਇੱਕ ਬਹੁਤ ਔਖਾ ਹੋ ਗਿਆ। ਜਿਵੇਂ ਹੁਣ ਆਪਾਂ ਅਕਸਰ ਹੀ ਗੱਲਾਂ ਕਰਦੇ ਆ, ਅਸੀਂ ਵੀ ਥੋੜਾ ਬਹੁਤ ਇੰਟਰਸਟ ਲੈਨੇ ਆ ਕਿ ਜਿਵੇਂ ਵੈਨਕੂਵਰ ਵਗੈਰਾ, ਸਰੀ ਵਗੈਰਾ, ਉੱਥੇ ਘਰ ਲੈਣੇ ਲੋਕਾਂ ਲਈ ਔਖੇ ਹੋ ਗਏ ਨੇ। ਬਿਲਕੁਲ। ਉੱਥੋਂ ਲੋਕੀ ਪ੍ਰਸਥਾਨ ਕਰਕੇ ਇੱਧਰ ਕੈਲਗਰੀ ਵੱਲ ਆ ਰਹੇ ਨੇ ਕਿ ਕੈਲਗਰੀ ਦੇ ਵਿੱਚ ਹੱਲੇ ਵੀ ਘਰ ਲੈਣੇ ਸੌਖੇ ਨੇ। ਬਿਲਕੁਲ ਸੌਖੇ ਨੇ। ਐਸੇ ਤਰ੍ਹਾਂ ਟੋਰਾਂਟੋ 'ਚ ਕਹਿੰਦੇ ਨੇ ਘਰ ਲੈਣੇ ਬਹੁਤ ਔਖੇ ਨੇ, ਇੱਥੇ ਘਰ ਲੈਣੇ ਬਹੁਤ ਥੋੜੇ ਜਿਹੇ ਸੌਖੇ ਨੇ। ਇਹ ਕਿਉਂ ਵਾਪਰਿਆ? ਕੀ ਕਾਰਨ ਹੋਏ? ਇਹ ਜਿਹੜਾ ਸਾਡਾ ਮੁਲਕ ਆ ਨਾ, ਸਰਮਾਏਦਾਰੀ ਸਿਸਟਮ ਵਾਲਾ ਮੁਲਕ ਆ, ਇਹ ਜਦੋਂ ਬਾਹਰੋਂ ਪੈਸਾ ਆਉਂਦਾ, ਰਾਈਟ, ਇਹ ਚਾਹੁੰਦੇ ਆ ਹੀ ਜਾਵੇ ਪੈਸਾ। ਹੁਣ ਜਦੋਂ ਦੇਖੋ 2 ਨੰਬਰ ਦਾ ਪੈਸਾ ਆਉਂਦਾ ਹਾਂਗਕਾਂਗ ਚੋਂ, ਰਾਈਟ, ਉਹ 2 ਨੰਬਰ ਆ ਕੇ ਜਦੋਂ ਵੈਨਕੂਵਰ ਜਦੋਂ ਪੈਸੇ ਸੈੱਟ ਕਰਦੇ ਆ, ਉਹਨਾਂ ਨੂੰ ਕੋਈ ਪਰਵਾਹ ਨਹੀਂ ਕਰ ਕਿੰਨੇ ਦਾ, ਉਹਨਾਂ ਨੇ ਤਾਂ ਪੈਸਾ ਕੱਢਣਾ ਹੁੰਦਾ, ਰਾਈਟ, ਉੱਥੋਂ। ਕਿਉਂਕਿ ਇੱਕ ਹੋਰ ਗੱਲ ਵੀ ਆ ਨਾ, ਤੁਸੀਂ ਜਦੋਂ ਆਪਦੇ ਮੁਲਕ ਚੋਂ ਪੈਸਾ ਕੱਢਦੇ ਹੋ, ਤੁਸੀਂ ਜਿੱਦਾਂ ਹੋਰ ਕਿਸੇ ਮੁਲਕ 'ਚ ਕੰਪਨੀ ਬਣਾ ਲਈ ਕੋਈ, ਤੁਸੀਂ ਫਰਜ਼ ਕਰੋ ਤੁਹਾਡੇ ਮੁਲਕ 'ਚ ਤੁਹਾਨੂੰ 10 ਲੱਖ ਦੀ ਆਮਦਨ ਹੋਈ ਆ, ਤੁਸੀਂ $8 ਲੱਖ ਬਾਹਰ ਕੱਢਤਾ, ਉਹ 8 ਲੱਖ ਤੇ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਪਿਆ। ਤੁਸੀਂ ਪ੍ਰਾਪਰਟੀ ਲੈ ਲਈ, ਫਰਜ਼ ਕਰੋ ਤੁਸੀਂ ਮੁੜ ਕੇ ਉਹੀ ਪੈਸਾ ਬੈਕ ਲੈ ਕੇ ਆਉਂਦੇ ਹੋ, ਜਿੱਦਾਂ ਸ਼ੈਲ ਕੰਪਨੀਆਂ ਦਾ ਚੱਲਦਾ ਅੱਜ ਕੱਲ੍ਹ, ਤਾਂ ਉਹ ਫਿਰ ਕਿਉਂਕਿ ਬਾਹਰਲੀ ਇਨਵੈਸਟਮੈਂਟ ਆਈ, ਉਦੋਂ ਵੀ ਕੋਈ ਟੈਕਸ ਨਹੀਂ। ਇਹ ਜਿਹੜੀ ਚੀਜ਼ ਹੈ, ਜਦੋਂ ਅਮੀਰ ਟੈਕਸ ਦੇਣੋਂ ਹਟ ਗਿਆ ਤੇ ਉਹ ਜਿਹੜਾ ਗੌਰਮੈਂਟਾਂ ਦਾ ਕੰਮ ਚੱਲਣਾ ਉਹ ਬੋਝ ਆਮ ਲੋਕਾਂ ਤੇ ਪੈਣ ਲੱਗ ਗਿਆ। ਉਹਦੇ ਕਰਕੇ ਜਿਹੜਾ ਪਾੜਾ ਨਾ ਦਿਨੋਂ ਦਿਨ ਵਧਿਆ ਹੈ। ਆ ਪਿੱਛੇ 2008 ਦੇ ਵਿੱਚ ਬਹੁਤ ਵੱਡਾ ਰੈਸੈਸ਼ਨ ਆਇਆ, ਹੈ ਨਾ। ਉਹ ਕੈਨੇਡਾ ਜਿਹੜਾ ਉਹ ਵੀ ਇਹਦੇ 'ਚ ਫਸਿਆ, ਹਾਲਾਂਕਿ ਇੰਡੀਆ ਉਹਦੇ ਤੋਂ ਥੋੜਾ ਜਿਹਾ ਬਾਹਰ ਰਿਹਾ ਸੀਗਾ।
ਉਸ ਤੋਂ ਬਾਅਦ 2008 ਵਾਲਾ ਤੇ ਚਲੋ ਥੋੜਾ ਬਹੁਤਾ ਸਹਿ ਗਿਆ, ਮੈਨੂੰ ਯਾਦ ਹੈ ਕਿਉਂਕਿ ਮੈਨੂੰ ਇਸ ਗੱਲ ਦਾ ਤਾਂ ਪਤਾ ਹੈ ਕਿ ਮੇਰਾ ਬੇਟਾ ਆਇਲ ਇੰਡਸਟਰੀ 'ਚ ਕੰਮ ਕਰਦਾ। ਉਦੋਂ ਬੜਾ ਖੁਸ਼ੀ ਰਹੀ ਕਿ ਸਾਡੀ ਜੌਬ ਬਚ ਗਈ, ਸਾਡੀ ਜੌਬ ਬਚ ਗਈ। ਪਰ ਉਸ ਤੋਂ ਕੁਝ ਸਾਲਾਂ ਬਾਅਦ ਹੀ 5-4 ਸਾਲ ਫਿਰ ਦੁਬਾਰਾ ਰੈਸੈਸ਼ਨ ਆਇਆ, ਉਹ ਐਸੀਆਂ ਜੌਬਸ ਗਈਆਂ, ਅਜੇ ਤੱਕ ਉਹ ਸਾਰਾ ਤਾਬ ਨਹੀਂ ਆਇਆ। ਕੀ ਇਹ ਇਕੱਲਾ ਅਲਬਰਟਾ ਹੀ ਇਹਦਾ ਸੀਗਾ ਇਹ ਤੋਂ ਪੀੜਤ ਹੋਇਆ ਇਸ ਕਹਿ ਸਕਦੇ ਆ ਰੈਸੈਸ਼ਨ ਤੋਂ, ਕਿ ਜਾਂ ਪੂਰੇ ਕੈਨੇਡਾ ਦੇ ਵਿੱਚ ਵੀ ਇਹਦਾ? ਨਹੀਂ, ਇਹ ਸਿਰਫ ਕੈਨੇਡਾ ਨਹੀਂ, ਵਰਲਡ ਵਾਈਡ ਹੀ ਆ। ਜਦੋਂ ਇਹਨਾਂ ਨੂੰ ਕੰਪਨੀਆਂ ਨੂੰ ਪ੍ਰੋਫਿਟ ਹੁੰਦਾ ਨਾ, ਫਿਰ ਇਹ ਪ੍ਰੋਡਕਸ਼ਨ ਵਧਾਉਂਦੀਆਂ ਨੇ। ਜਦੋਂ ਸਪਲਾਈ ਵੱਧ ਹੋ ਜਾਂਦੀ ਹੈ, ਡਿਮਾਂਡ ਘਟ ਜਾਂਦੀ ਹੈ, ਰਾਈਟ, ਉਦੋਂ ਰੈਸੈਸ਼ਨ ਆਉਂਦਾ ਹੀ ਆਉਂਦਾ। ਦੂਜੀ ਗੱਲ, ਜਿਨ੍ਹਾਂ ਨੇ ਖਰੀਦਣਾ, ਹੁਣ ਜਿਹੜੇ ਪੈਸੇ ਵਾਲੇ ਉਹ ਤਾਂ ਦੁਨੀਆ 'ਚ 10% ਲੋਕ ਨੇ, ਰਾਈਟ, ਪਰ ਜਿਨ੍ਹਾਂ ਨੇ ਖਰੀਦਣ ਉਹ 70-80% ਨੇ। ਉਹਨਾਂ ਦੀ ਜਿਹੜੀ ਬਾਇੰਗ ਪਾਵਰ ਉਹ ਘਟੀ ਹੋਈ ਹੈ, ਉਹਨਾਂ ਤੋਂ ਸਮਾਨ ਖਰੀਦਿਆ ਨਹੀਂ ਜਾਂਦਾ। ਇਸ ਕਰਕੇ ਹਮੇਸ਼ਾ ਇਹਦਾ ਪੂੰਜੀਵਾਦੀ ਸਿਸਟਮ ਦਾ ਨਾ ਇਹ ਸਾਈਕਲ ਆ, ਬੂਮ ਐਂਡ ਰੈਸੈਸ਼ਨ, ਬੂਮ ਐਂਡ ਰੈਸੈਸ਼ਨ। ਹੁਣ ਜਦੋਂ ਬੂਮ ਆ ਗਿਆ ਉਦੋਂ ਕੰਪਨੀ ਦੇ ਸ਼ੇਅਰ ਮਹਿੰਗੇ ਹੋ ਗਏ, ਰਾਈਟ। ਜਦੋਂ ਰੈਸੈਸ਼ਨ ਆ ਗਿਆ, ਫਰਜ਼ ਕਰੋ ਸਨ ਲਾਈਫ ਦਾ ਸ਼ੇਅਰ ਬੂਮ ਦੇ ਵਿੱਚ $50 ਦਾ, ਜਦੋਂ ਰੈਸੈਸ਼ਨ ਆ ਗਿਆ ਸਭ ਤੋਂ ਵੱਧ ਕੌਣ ਡਰਦਾ? ਅਮੀਰ ਨਹੀਂ ਡਰਦਾ, ਅਸੀਂ ਡਰਦੇ ਹਾਂ। ਅਸੀਂ ਕਹਿੰਦੇ ਜਿਹੜਾ ਸ਼ੇਅਰ 50 ਦਾ ਲੈ ਜਾਏ ਤੇ 5 ਵੀ ਮਿਲ ਜਾਣ ਨਾ, ਜਿੱਦਾਂ ਲੋਕਾਂ ਨੇ ਟੈਕਸੀ ਦੀ ਪਲੇਟ 1.5 ਲੱਖ ਦੀ ਲੈ ਕੇ 20-20 ਹਜ਼ਾਰ ਦੀ ਵੀ ਵੇਚੀ ਆ ਨਾ, ਉਹ ਡਰਿਆ ਹੋਇਆ ਨੇ ਉਹ ਸ਼ੇਅਰ $5 ਨੂੰ ਵੀ ਵੇਚਦਾ ਤੇ ਕੰਪਨੀ ਨੇ ਉਹੀ ਸ਼ੇਅਰ ਬਾਏ ਬੈਕ ਕਰ ਲਿਆ, ਰਾਈਟ। $50 ਦਾ ਵੇਚਿਆ, 5 ਦਾ ਲੈ ਲਿਆ, ਮੁੜ ਕੇ 6 ਮਹੀਨੇ ਸਾਲ ਬਾਅਦ ਉਹ ਫੇਰ 50 ਦਾ ਹੋ ਗਿਆ। ਅਸੀਂ ਫੇਰ ਉੱਥੇ ਹੀ ਰਹਿ ਗਏ। ਜਿਹੜਾ ਵੱਡਾ ਕਾਰਨ ਸਾਰੀ ਦੁਨੀਆ ਤੇ ਇਹ ਹੋ ਰਿਹਾ ਹੈ। ਇਹਦਾ ਮਤਲਬ ਕਿ ਜਿਹੜਾ ਮਨੀ ਹੈਗਾ, ਪੈਸਾ ਹੈਗਾ, ਉਹ ਕੁਝ ਲੋਕਾਂ ਦੇ ਹੱਥ ਵਿੱਚ ਹੈ। ਬਿਲਕੁਲ। ਜਦੋਂ ਤੁਸੀਂ ਇੰਡੀਆ ਤੋਂ ਆਏ ਹੋ 78 ਦੇ ਵਿੱਚ, ਉਸ ਵੇਲੇ ਇੰਡੀਆ ਦੇ ਵਿੱਚ ਲਗਭਗ, ਜੇ ਮੈਂ ਗਲਤ ਨਹੀਂ ਆ ਕਿਉਂਕਿ ਮੈਂ ਹੋ ਸਕਦਾ ਤੁਹਾਡੇ ਤੋਂ ਵੀ ਵੱਡੀ ਹੋਵਾਂ, ਕਿ ਉਸ ਵੇਲੇ ਸਮਾਜਵਾਦ ਜਿਹੜਾ ਸੀ ਕੁਝ ਨਾ ਕੁਝ ਉਹਦਾ ਬੋਲਬਾਲਾ ਹੈਗਾ ਸੀ। ਚੋਣਾਂ ਜਿੱਤਣ ਲਈ ਕਾਂਗਰਸ ਸਮਾਜਵਾਦ ਦਾ ਨਾਰਾ ਜ਼ਰੂਰ ਲਾਉਂਦੀ ਸੀ। ਕੁਛ ਨਾ ਕੁਛ ਲੱਗਦਾ ਹੁੰਦਾ ਸੀ। ਜਿਵੇਂ ਇੱਕਦਮ ਮੈਨੂੰ ਯਾਦ ਆਉਂਦਾ ਉਸ ਸਮਾਂ ਕਿ ਇੰਦਰਾ ਗਾਂਧੀ ਨੇ ਰਾਤੋਂ ਰਾਤ ਬੈਂਕ ਨੈਸ਼ਨਲਾਈਜ਼ ਕਰ ਦਿੱਤਾ, ਬੈਂਕ ਕੌਮੀਕਰਨ ਕਰ ਦਿੱਤਾ ਸੀ। ਉਦੋਂ ਬੜੀਆਂ ਤਾੜੀਆਂ ਵੱਜੀਆਂ। ਉਦੋਂ ਵੀ ਲੱਗਦਾ ਹੁੰਦਾ ਸੀ, ਜਾਂ ਕਿਉਂਕਿ ਮੈਂ ਵੀ ਬਹੁਤ ਸਾਰਾ ਰਸ਼ੀਅਨ ਸਾਹਿਤ ਪੜ੍ਹਿਆ ਨਿੱਕੇ ਹੁੰਦੇ, ਉਦੋਂ ਬਹੁਤ ਜ਼ਿਆਦਾ ਆਪਣੇ ਅਵੇਲੇਬਲ ਹੁੰਦਾ ਸੀਗਾ, ਤੇ ਰਸ਼ੀਆ ਦੀਆਂ ਕਹਾਣੀਆਂ ਪੜ੍ਹਨੀਆਂ, ਰਸ਼ੀਆ ਬਾਰੇ ਪੜ੍ਹਨਾ, ਉੱਥੇ ਇਨਕਲਾਬ ਕਿਵੇਂ ਆਇਆ, ਤੇ ਉਦੋਂ ਲੱਗਾ ਸੀ ਕਿ ਵਾਹ ਬਹੁਤ ਵਧੀਆ ਹੋ ਗਿਆ, ਬੈਂਕ ਨੈਸ਼ਨਲਾਈਜ਼ ਹੋ ਗਏ, ਸਟੇਟ ਬੈਂਕ ਆਫ ਇੰਡੀਆ ਆ ਗਿਆ ਜੀ, ਪੰਜਾਬ ਨੈਸ਼ਨਲ ਬੈਂਕ ਵੀ ਗਵਰਨਮੈਂਟ ਦਾ ਹੋ ਗਿਆ। ਤੇ ਉਦੋਂ ਲੱਗਦਾ ਸੀ ਕਿ ਠੀਕ ਆ, ਲੋਕਾਂ ਨੂੰ ਕੁਛ ਮਿਲ ਰਿਹਾ ਹੈ। ਉਸ ਤੋਂ ਬਾਅਦ ਲੱਗੇ ਐਮਰਜੈਂਸੀ 75 ਦੇ ਵਿੱਚ, ਫਿਰ ਲੱਗਾ ਕਿ ਇਹ ਫਿਰ ਆਪਣੇ ਹੱਥਾਂ ਦੇ ਵਿੱਚ ਪੂੰਜੀ ਜਿਹੜੀ ਉਹਨੂੰ ਕਰਨ ਦਾ ਯਤਨ ਕਰ ਰਹੀ ਹੈ। ਉਦੋਂ ਤੁਸੀਂ ਉੱਥੋਂ ਮੁਲਕ ਛੱਡ ਕੇ ਆਏ, ਤੇ ਉਦੋਂ ਆਪਾਂ ਨੂੰ ਪਤਾ ਸੀ ਕਿ ਕੈਨੇਡਾ ਵਰਗਾ ਜਿਹੜਾ ਮੁਲਕ ਆ ਉਹ ਕੈਪੀਟਲਿਸਟ ਕੰਟਰੀ ਆ। ਬਿਲਕੁਲ। ਕੀ ਉਦੋਂ ਵੀ ਤੁਹਾਡੀ ਸੋਚ ਦੇ ਵਿੱਚ ਕੁਛ ਇਸ ਪਾੜੇ ਬਾਰੇ, ਆਰਥਿਕ ਪਾੜੇ ਬਾਰੇ, ਕੈਪੀਟਲਿਜ਼ਮ ਬਾਰੇ, ਸੋਸ਼ਲਿਜ਼ਮ ਬਾਰੇ ਕੁਝ ਜਾਗ ਲੱਗੀ ਹੋਈ ਸੀ? ਦੇਖੋ, ਜਾਗ ਜਿਹੜੀ ਸਾਡੀ ਪੀੜ੍ਹੀ ਆ ਨਾ, ਆਪਣੀ ਪੀੜ੍ਹੀ ਆ, ਜਦੋਂ ਤੁਹਾਨੂੰ ਪਤਾ ਵੀ ਇਨਕਲਾਬੀ ਲਹਿਰ 70-71 ਚ ਜਦੋਂ ਪਾਤਸ਼ਾਹੀ ਲਾਲ ਸਿੰਘ ਦਿਲ, ਸੰਤ ਰਾਮਦਾਸੀ ਇਹ ਧਰਾਤਲ ਤੇ ਆਏ ਆ, ਆਪਣਾ ਇੰਟਰਸਟ ਜ਼ਰੂਰ ਵੱਜਿਆ ਇਹਨਾਂ ਦੀਆਂ ਕਵਿਤਾਵਾਂ ਨਾਲ, ਕਹਾਣੀਆਂ ਨਾਲ, ਰਾਈਟ। ਪਰ ਜਿਹੜਾ ਨੈਕਸਲਾਈਟ ਪਾਰਟੀ ਦੀ ਪਾਲਿਸੀ ਸੀ ਉਹਦੇ ਨਾਲ ਆਪਾਂ ਇੰਨੇ ਹੈ ਨਹੀਂ ਸੀਗੇ, ਕਿਉਂਕਿ ਲੋਕ ਤਿਆਰ ਨਹੀਂ ਸੀ। ਜਿੱਦਾਂ ਤੁਸੀਂ ਕਹਿੰਦੇ ਨਾ, ਜਦੋਂ ਕਹਿੰਦੇ ਇੱਕ ਕਵੀ ਨੇ ਲਿਖਿਆ, ਕੱਲੇ ਕੱਲੇ ਮਰੋਗੇ, ਕੁੱਤੇ ਦੀ ਮੌਤ ਮਰੋਗੇ, ਉਹ ਚੀਜ਼ ਤਿਆਰ ਨਹੀਂ ਸੀ। ਪਰ ਲੋਕਾਂ ਨੂੰ ਜਾਗ ਆਮ ਲੱਗੀ ਜਾਂਦਾ ਸੀ, ਪੜ੍ਹੇ ਲਿਖੇ ਤਬਕੇ ਨੂੰ, ਰਾਈਟ। ਬਿਲਕੁਲ। ਅਸੀਂ ਹਰੀਪਾਲ ਜੀ ਨਾਲ ਗੱਲਬਾਤ ਕਰ ਰਹੇ ਹਾਂ ਪੂੰਜੀ ਦੇ ਬਾਰੇ 'ਚ। ਹਰੀਪਾਲ ਜੀ ਨਾਲ ਗੱਲ ਹੋ ਰਹੀ ਹੈ ਕੈਪੀਟਲਿਜ਼ਮ ਦੇ ਬਾਰੇ 'ਚ। ਇਹ ਉਸ ਮੁਲਕ 'ਚੋਂ ਆਏ ਨੇ ਜਿੱਥੇ ਸਮਾਜਵਾਦ ਦਾ ਨਾਂ ਦਾ ਡੰਕਾ ਵੱਜਦਾ ਸੀ, ਭਾਵ ਇੰਡੀਆ ਦਾ। ਅਸੀਂ ਇਹਨਾਂ ਦੇ ਕੋਲੋਂ ਸਮਝਣਾ ਕਿ ਇਹ ਲੋਕਤੰਤਰ ਜਿਹੜਾ ਪੂੰਜੀ ਤੰਤਰ ਕਿਵੇਂ ਬਣ ਗਿਆ। ਅਸੀਂ ਇਹਨਾਂ ਕੋਲੋਂ ਬੜੀਆਂ ਹੀ ਗੱਲਾਂ ਹੋਰ ਕਰਨੀਆਂ ਨੇ। ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਤੋਂ ਹੋਰ ਗੱਲਾਂ ਪੁੱਛੀਏ, ਆਪਾਂ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਮਿਲਾਂਗੇ ਹਰੀਪਾਲ ਜੀ ਨਾਲ ਤੇ ਗੱਲਾਂ ਕਰਾਂਗੇ ਇਸੇ ਹੀ ਵਿਸ਼ੇ ਤੇ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਮੇਰੇ ਵੱਲੋਂ ਜਾਣੀ ਗੁਰਚਰਨ ਥਿੰਦ ਵਾਲੇ ਪ੍ਰੋਗਰਾਮ ਗੱਲਬਾਤ ਵਿੱਚ ਸਵਾਗਤ ਕਰਦੀ ਹੈ। ਗੱਲਬਾਤ ਅਸੀਂ ਕਰ ਰਹੇ ਹਾਂ ਹਰੀਪਾਲ ਜੀ ਨਾਲ, ਤੇ ਗੱਲਬਾਤ ਅਸੀਂ ਕਰ ਰਹੇ ਹਾਂ ਆਰਥਿਕ ਸਥਿਤੀਆਂ ਦੇ ਉੱਪਰ, ਆਰਥਿਕ ਪਰਿਸਥਿਤੀਆਂ ਦੇ ਉੱਪਰ। ਅੱਜ ਪੂਰਾ ਦੇਸ਼, ਪੂਰਾ ਸੰਸਾਰ ਇਸ ਆਰਥਿਕ ਮੰਦਵਾੜੇ ਦਾ ਵੀ ਸ਼ਿਕਾਰ ਹੈ। ਦੌਲਤ ਕੁਝ ਲੋਕਾਂ ਦੇ ਹੱਥਾਂ ਵਿੱਚ ਹੈ, ਬਹੁਤ ਥੋੜੇ ਵਿਅਕਤੀ ਨੇ ਜਿਹੜੇ ਇਹਦੇ ਸੰਬੰਧੀ ਜਾਗਰੂਕ ਨੇ,
ਤੇ ਹਰੀਪਾਲ ਜੀ ਇਹਦੇ ਸੰਬੰਧੀ ਜਾਗਰੂਕ ਨੇ ਤੇ ਗੱਲਬਾਤ ਆਪਾਂ ਤਾਂ ਹੀ ਤੁਹਾਡੇ ਨਾਲ ਇਹਦੇ ਬਾਰੇ ਕਰ ਰਹੇ ਹਾਂ ਕਿਉਂਕਿ ਹਰੀਪਾਲ ਜੀ ਦੀ ਕਿਤਾਬ ਪੂੰਜੀਵਾਦ ਬਨਾਮ ਕੈਨੇਡੀਅਨ ਸਮਾਜ 2-3 ਸਾਲ ਹੋਏ ਨੇ ਛਪ ਕੇ ਆਈ ਹੈ, ਜਿਹਦੇ ਵਿੱਚ ਇਹਨਾਂ ਦੇ ਵੱਖ-ਵੱਖ ਸਮੇਂ ਤੇ ਲਿਖੇ ਹੋਏ ਲੇਖ ਨੇ, ਜਿਹੜੇ ਕਿ ਇਹਨਾਂ ਦੇ ਲੇਖ ਨੇ ਧਰਮ ਦੀ ਲੋੜ ਬਾਰੇ ਲੇਖ ਹੈ, ਤੁਹਾਡਾ ਲੇਖ ਹੈ ਕੈਨੇਡਾ ਦੇਸ਼ ਅੰਦਰ ਵੱਧ ਰਿਹਾ ਅਮੀਰ ਤੇ ਗਰੀਬ ਦਾ ਪਾੜਾ, ਤੇ ਹੋਰ ਇਹੋ ਜਿਹਾ ਕਈ ਕੁਛ। ਮੈਂ ਹਰੀਪਾਲ ਜੀ ਉਹਦੇ ਵਿੱਚ ਪੜ੍ਹਦਿਆਂ ਇੱਕ ਲੇਖ ਪੜ੍ਹਦਿਆਂ ਸਦਮਾ ਸਿਧਾਂਤ ਮੇਰੇ ਨਜ਼ਰੀ ਪਿਆ ਸੀਗਾ ਕਿ ਸਦਮਾ ਸਿਧਾਂਤ ਹੁੰਦਾ ਹੈ। ਇਹ ਕੀ ਹੁੰਦਾ, ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ, ਦੱਸੋ ਕਿ ਇਹ ਸਦਮਾ ਸਿਧਾਂਤ ਕੀ ਚੀਜ਼ ਹੈ ਤੇ ਕਿਸ ਤਰ੍ਹਾਂ ਇਹ ਮੁਲਕਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈਂਦਾ ਹੈ। ਇਹ 400-500 ਸਫ਼ੇ ਦੀ ਕਿਤਾਬ ਆ, ਮੇਰੇ ਖਿਆਲ 600 ਸਫ਼ੇ ਤੱਕ ਹੋਣੀ ਆ, ਤੇ ਨਿਓਮੀ ਕਲਾਈਨ ਦੀ ਕਿਤਾਬ ਆ ਸ਼ੌਕ ਡਾਕਟਰਾਈਨ। ਇਹਨੂੰ ਪੰਜਾਬੀ ਚ ਕੀਤਾ ਬੂਟਾ ਸਿੰਘ ਨਵਾਂ ਸ਼ਹਿਰ ਨੇ, ਸਦਮਾ ਸਿਧਾਂਤ, ਰਾਈਟ, ਜਾਂ ਸਦਮਾ ਸ਼ੌਕ ਡਾਕਟਰਾਈਨ। ਹਾਂ, ਸਦਮਾ ਸਿਧਾਂਤ ਇਹ ਆ ਵੀ ਜਿਹੜੇ ਹੁਣ ਜਿਨ੍ਹਾਂ ਕੋਲ ਪੈਸਾ, ਜੇ ਹੁਣ ਤੁਹਾਨੂੰ ਮੈਂ ਪੰਜਾਬੀ ਚ ਇੱਕ ਸਿੰਪਲ ਉਦਾਹਰਨ ਦੇਵਾਂ ਵੀ ਇੱਕ ਜੱਟ ਆ, ਉਹਦੇ ਕੋਲ 40 ਕਿੱਲੇ ਜ਼ਮੀਨ ਆ, ਪਰ ਉਹਦੇ ਖੇਤ ਨੂੰ ਇੱਕ ਪਹੀ ਜਾਂਦੀ ਆ, ਉਹਦੇ ਮੂਹਰੇ ਇੱਕ 4 ਕਿੱਲੇ ਵਾਲਾ ਜੱਟ ਬੈਠਾ। ਹੁਣ ਉਹ ਜਿਹੜਾ 40 ਕਿੱਲੇ ਵਾਲਾ ਨਾ, ਉਹਦੀ ਨਿਗਾਹ 4 ਕਿੱਲਿਆਂ ਤੇ ਵੀ ਇਹ 4 ਕਿੱਲੇ ਮੈਂ ਕਿਵੇਂ ਲਵਾਂ। ਉਹ ਇੱਕ ਤਾਂ ਜਦੋਂ ਕੁੜੀ ਦਾ ਵਿਆਹ ਕਰਦਾ ਉਹਨੂੰ ਕਹਿੰਦਾ ਆਪਣੀ ਬੇਟੀ ਆ ਵੀ ਵਿਆਹ ਗੱਜ ਵੱਜ ਕੇ ਕਰਨਾ, ਉਹ ਕਹਿੰਦਾ ਵੀ ਮੈਂ ਤਾਂ 4 ਕਿੱਲੇ ਦਾ ਮਾਲਕ ਆ। ਨਹੀਂ, ਆਪਣੀ ਪੈਸੇ ਦੀ ਕੋਈ ਗੱਲ ਨਹੀਂ ਹੈ, ਪੈਸਾ ਆਪਾਂ ਜਿੰਨਾ ਮਰਜ਼ੀ ਤੂੰ ਮੇਰੇ ਤੋਂ ਲਈ। ਉਹ ਵਿਚਾਰਾ ਕੁਛ ਤਾਂ ਹੌਸਲਾ ਆ ਜਾਂਦਾ, ਚੱਲ ਕੋਈ ਗੱਲ ਨਹੀਂ ਯਾਰ, ਹੈਲਪ ਹੋ ਰਹੀ ਆ। ਦੂਜੀ ਗੱਲ, ਜੇ ਉਹਦਾ ਉੱਥੋਂ ਵੀ ਨਹੀਂ ਗੱਲ ਬਣਦੀ, ਫਿਰ ਉਹਦੇ ਮੁੰਡੇ ਨੂੰ ਕਿ ਵੜਾਇਆ ਜਾਂਦਾ ਵੀ ਬਾਹਰਲੇ ਮੁਲਕਾਂ 'ਚ ਇੰਨਾ ਪੈਸਾ, ਬਾਹਰਲੇ ਮੁਲਕਾਂ 'ਚ ਇੰਨੀਆਂ ਐਸ਼ਾਂ ਨੇ, ਤੈਨੂੰ ਬਾਹਰਲੇ ਮੁਲਕ ਭੇਜਦੇ ਆ। ਉਹ ਮੁੰਡੇ ਨੂੰ ਏਜੰਟਾਂ ਰਾਹੀਂ ਬਾਹਰ ਕੇ ਮੁਲਕ ਭੇਜਣ ਨੂੰ ਫਿਰ ਉਹਨੂੰ ਵਿਆਜੂ ਪੈਸਾ ਦੇ ਦਿੰਦੇ ਆ, ਪਹਿਲਾਂ ਵਿਆਹ ਤੇ ਦੇ ਦਿੰਦੇ ਆ। ਉਹ ਮੁੰਡਾ ਫਰਜ਼ ਕਰੋ ਬਾਹਰ ਨਹੀਂ ਗੱਲ ਬਣਦੀ, ਜਿੱਦਾਂ ਮਲਹਾਸ ਦੇ ਨਾਵਲ ਵਾਂਗੂ ਮੁੰਡਾ ਫਰਜ਼ ਕਰੋ ਮੁੜ ਜਾਂਦਾ, ਤਾਂ ਉਹ ਵਿਚਾਰਿਆਂ ਦੀ ਜਿਹੜੀ 4 ਕਿੱਲੇ ਜ਼ਮੀਨ ਆ ਉਹ ਵਿਆਹ ਚਲੀ ਜਾਂਦੀ ਆ, ਰਾਈਟ। ਉਹ ਜੱਟ ਤਾਂ ਸੜਕ ਤੇ ਆ ਲੱਗਦਾ 40 ਕਿੱਲਿਆਂ ਵਾਲਾ, ਪਰ ਜਿਹੜਾ 4 ਦਾ ਮਾਲਕ ਸੀ ਉਹ ਖੇਤੀ ਕਰਦਾ ਵਿਚਾਰਾ, ਉਹ ਦਿਹਾੜੀ ਕਰਨ ਲੱਗ ਜਾਂਦਾ ਉਹਨਾਂ ਦੀ। ਇਵੇਂ ਜਿਵੇਂ ਇਹ ਜਿਹੜੇ ਲੋਕ ਨੇ, ਜਿਵੇਂ ਹੁਣ ਫਰਜ਼ ਕਰੋ ਅਮਰੀਕਾ, ਇਹਨੇ ਆਖਿਆ ਵੀ ਇੰਡੋਨੇਸ਼ੀਆ ਗਰੀਬ ਕੰਟਰੀ ਆ, ਮੈਂ ਗਲਬਾ ਕਿਵੇਂ ਪਾਵਾਂ ਇਹਦੇ ਤੇ। ਉੱਥੇ ਇੱਕ ਬੰਦਾ ਜਾਂਦਾ, ਉਹ ਬੰਦਾ ਉੱਥੇ ਉਹਨਾਂ ਨੂੰ ਕਹਿੰਦਾ ਵੀ ਇੱਥੇ ਤੁਹਾਡੇ ਜਿਹੜੇ ਦਰਿਆ ਵਗਦਾ ਨੇ ਤੇ ਬਹੁਤ ਵੱਡਾ ਪੁਲ ਬਣਾਉਣ ਵਾਲਾ, ਤੁਹਾਨੂੰ ਇੰਨੀਆਂ ਸਹੂਲਤਾਂ ਹੋ ਜਾਣੀਆਂ। ਉਹ ਕਹਿੰਦੇ ਵੀ ਸਾਡੇ ਕੋਲ ਪੈਸੇ ਨਹੀਂ। ਉਹ ਕਹਿੰਦੇ ਪੈਸੇ ਅਸੀਂ ਦਿੰਨੇ ਆ, ਅਸੀਂ ਤੁਹਾਨੂੰ $10 ਮਿਲੀਅਨ ਦਿੰਨੇ ਆ, ਪੁਲ ਬਣਾ ਲਓ। ਤੇ $10 ਮਿਲੀਅਨ ਉਹਨਾਂ ਨੂੰ ਦੇਤਾ, ਪੁਲ ਬਣਾਉਣ ਦਾ ਠੇਕਾ ਵੀ ਆਪਦੀ ਕੰਪਨੀ ਨੂੰ ਦੇਤਾ। 10 ਮਿਲੀਅਨ ਉਹਨਾਂ ਤੋਂ ਲੈ ਵੀ ਲਿਆ, ਪਰ ਉਹ ਕਰਜ਼ਈ ਕਰਤੇ। ਮੁੜ ਕੇ ਜਿਹੜੀ ਉਹ ਹਕੂਮਤ ਆ, ਉਹ ਹੁਣ ਅਮਰੀਕਾ ਦੀ ਹਕੂਮਤ ਮੂਹਰੇ ਕਿਵੇਂ ਅੱਖਾਂ ਚੱਕ ਕੇ ਝੱਕ ਸਕਦੀ ਆ? ਉਹ ਤਾਂ ਕਰਜ਼ਈ ਹੋ ਗਿਆ, ਜੱਟ ਦੀ ਪਹੀ ਵਾਂਗੂ। ਜੱਟ ਦੀ ਪਹੀ ਉਹਨੇ ਸੜਕ ਦੇ ਨਾਲ ਜੋੜਨੀ ਸੀਗੀ, ਉਹਨੇ ਆਪਣੀ ਜੋੜ ਲਈ। ਹਾਂ, ਬਸ ਇਹ ਜਿਹੜੀ ਚੀਜ਼ ਆ ਨਾ, ਪਰ ਜਿੱਥੇ ਇਹਨਾਂ ਦਾ ਜਿੱਥੇ ਵੀ ਸੂਤ ਆਉਂਦਾ, ਜਿਵੇਂ ਹੁਣ ਚਿਲੀ ਸੀਗਾ, ਚਿਲੀ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਬਣਿਆ ਸੀ ਮਾਰਕਸਵਾਦੀ ਸੀਗਾ, ਉੱਥੇ ਹੋਰ ਕੋਈ ਤਰੀਕਾ ਨਾ ਵਰਤਿਆ, ਉਹ ਜਰਨਲ ਪਨੂਕੇ ਨੂੰ ਇਹਨਾਂ ਨੇ ਚੱਕ ਕੇ ਉਹਨੂੰ ਕਤਲ ਕਰਾਤਾ। ਕਤਲ ਕਰਾ ਕੇ ਚਿਲੀ ਦੇ ਵਿੱਚ ਫਿਰ ਆਪਦਾ ਸਿਸਟਮ ਲਾਗੂ ਕਰਤਾ, ਰਾਈਟ, ਕਿਉਂਕਿ ਉਹ ਪਹਿਲਾਂ ਸਮਾਜਵਾਦ ਦਾ ਲਿਆਉਣ ਲੱਗਿਆ ਸੀ ਉੱਥੇ। ਸੋ ਸਾਰੀ ਦੁਨੀਆ 'ਚ ਇਹ ਨਾ ਜਿਹੜੇ ਪੈਸੇ ਵਾਲੇ ਲੋਕ ਨੇ, ਜਿਵੇਂ ਕਿਸੇ ਆਪਾਂ ਜਿਵੇਂ ਕਹਿੰਦੇ ਆ ਵੀ ਆ ਇੰਡੀਆ 'ਚ ਆਮ ਆ ਇਹ ਵੀ ਆ ਯਾਰ ਇਹ 2 ਕਿੱਲੇ ਮੇਰੇ ਨਾਲ ਲੱਗਦੇ ਆ, ਕਿਸੇ ਤਰੀਕੇ ਨਾਲ ਮੈਂ ਖਰੀਦ ਲਾਂ। ਬਸ ਇਹਨਾਂ ਦਾ ਇਹ ਆ ਵੀ ਇਹਨਾਂ ਨੇ ਸਾਰੇ ਮੁਲਕਾਂ ਤੇ ਗਲਬਾ ਪਾਉਣਾ, ਇੱਦਾਂ ਕਿਸੇ ਤੇ ਪੈਸੇ ਨਾਲ, ਕਿਸੇ ਤੇ ਡਾਂਗ ਨਾਲ। ਜਿਵੇਂ ਇਰਾਨ ਲੀਬੀਆ ਹੋਇਆ, ਇਰਾਕ ਹੋਇਆ, ਫਿਰ ਸੀਰੀਆ ਤੇ ਆ ਗਏ, ਰਾਈਟ। ਸੋ ਛੋਟੇ ਮੁਲਕ ਜਿਹੜੇ ਨੇ ਉਹਨਾਂ ਨੂੰ ਇਸ ਢੰਗ ਦੇ ਨਾਲ ਕਾਬੂ ਕਰ ਲੈਂਦੇ, ਕਾਬੂ ਕਰਦੇ। ਮੈਨੂੰ ਹੁਣ ਇਹ ਤੁਹਾਡੇ ਇਸ ਗੱਲ ਕਰਦਿਆਂ ਦਿਮਾਗ 'ਚ ਆਈ ਕਿ ਚੀਨ ਨੇ ਇੱਕ ਬਹੁਤ ਵੱਡੀ ਸੜਕ ਜਿਹੜੀ ਆ, ਹਾਈਵੇ ਜਿਹੜੀ ਆ ਬਹੁਤ ਵੱਡੀ ਤਗੜੀ ਬਣਾਈ ਹੋਈ ਹੈ, ਮੈਨੂੰ ਲੱਗਦਾ ਉਹਦਾ ਇਰਾਦਾ ਅਫਗਾਨਿਸਤਾਨ ਨਾਲ ਜੋੜਨ ਦਾ। ਕੀ ਤੁਸੀਂ ਦੱਸ ਸਕਦੇ ਉਹਦੇ ਪਿੱਛੇ ਕੀ ਇਰਾਦਾ ਹੋ ਸਕਦਾ ਉਹਦਾ? ਦੇਖੋ, ਪਹਿਲੀ ਗੱਲ ਜੇ ਆਪਾਂ ਚੀਨ ਬਾਰੇ ਗੱਲ ਕਰੀਏ, ਰਸ਼ੀਆ ਬਾਰੇ ਗੱਲ ਕਰੀਏ, ਇਹ ਕੋਈ ਸਮਾਜਵਾਦੀ ਮੁਲਕ ਨਹੀਂ ਰਹੇ। ਚੀਨ ਤੇ ਰਸ਼ੀਆ ਦੋਨੋਂ ਹੀ ਇਹਨੂੰ ਸਟੇਟ ਇੰਪੀਰੀਅਲਿਜ਼ਮ ਕਹਿੰਦੇ ਆ। ਥੋੜਾ ਜਿਹਾ ਇਹਨਾਂ ਦੇ ਵੱਡੇ ਅਮੀਰਾਂ ਤੇ ਮਾੜਾ ਮੋਟਾ ਕੰਟਰੋਲ ਹੈਗਾ, ਪਰ ਇਹ ਬਿਲਕੁਲ ਨਹੀਂ। ਹੁਣ ਇਹਨਾਂ ਨੂੰ, ਚੀਨ ਨੂੰ ਵੀ ਇਹ ਹੈ ਵੀ ਮੈਂ ਸੁਪਰ ਪਾਵਰ ਹੋਵਾਂ ਦੁਨੀਆ ਦੀ। ਐਕਚੁਅਲੀ ਜੇ ਤੁਸੀਂ ਆਰਥਿਕ ਤੌਰ ਤੇ ਦੇਖੋ ਨਾ, ਪੈਸੇ ਦੇ ਹਿਸਾਬ ਜ਼ੋਰ ਨਾਲ ਚੀਨ ਵਾਕਈ ਸੁਪਰ ਪਾਵਰ ਆ, ਕਿਉਂਕਿ ਅਮਰੀਕਾ ਵੀ ਉਹਦਾ ਕਰਜ਼ਾਈ ਆ। ਅਮਰੀਕਾ ਵੀ ਉਹ ਤੋਂ ਪੈਸੇ ਲੈ ਕੇ ਗਾਹਾਂ ਦੇ ਕੰਮ ਚਲਾ ਰਿਹਾ, ਕਿਉਂਕਿ ਜਿਹੜੇ ਅਮਰੀਕਾ ਦੇ ਆਪਦੇ ਅਮੀਰ ਬੰਦੇ ਆ, ਉਹ ਆਪਦਾ ਪੈਸਾ ਆਰਾਮ ਨਾਲ ਬਾਹਰ ਕੱਢ ਲੈਂਦੇ ਆ, ਉਹ ਟੈਕਸ ਨਹੀਂ ਦਿੰਦੇ।
ਐਮਾਜ਼ੋਨ ਵਾਲਾ ਜਾਂ ਵਾਲਮਾਰਟ ਵਾਲੇ 42 ਬਿਲੀਅਨ ਡਾਲਰ ਸਾਲ ਦਾ ਪ੍ਰੋਫਿਟ ਕੱਢ ਕੇ ਕੋਈ ਟੈਕਸ ਨਹੀਂ ਦਿੰਦੇ ਹੈ। ਫਿਰ ਉਹਦੇ ਕਰਕੇ ਜਿਹੜੇ ਆਮ ਲੋਕ ਆ, ਜਿਹੜੇ 27-28% ਅਮਰੀਕਨ ਨੇ, ਉਹ ਗਰੀਬੀ ਲਾਈਨ ਤੋਂ ਵੀ ਥੱਲੇ ਰਹਿ ਰਹੇ ਨੇ। ਬਿਲਕੁਲ ਬਿਲਕੁਲ। ਤੁਸੀਂ ਇੱਕ ਜਗ੍ਹਾ ਇਹਦੇ ਵਿੱਚ ਲਿਖਿਆ ਕਿ ਅਮਰੀਕਾ ਜਿਹੜਾ ਇਹ ਗੁੰਡਿਆਂ ਦਾ ਸਰਦਾਰ ਹੈ। ਬਿਲਕੁਲ, ਹਾਂ। ਇਹ ਤੁਹਾਡੀ ਕਿਤਾਬ ਦੇ ਵਿੱਚ ਮੈਨੂੰ ਇਹ ਲਫ਼ਜ਼ ਜਿਹੜੇ ਸੀਗੇ ਕਿ ਅਮਰੀਕਾ ਗੁੰਡਿਆਂ ਦਾ ਸਰਦਾਰ ਹੈ, ਤੁਸੀਂ ਕਿਵੇਂ ਇਹਨੂੰ ਜਸਟੀਫਾਈ ਕਰਦੇ ਹੋ? ਤੁਸੀਂ ਦੇਖੋ, ਇੱਕ ਚਿਲੀ ਦੀ ਡੈਮੋਕ੍ਰੈਟਿਕ ਸਰਕਾਰ ਚੱਲ ਰਹੀ ਹੈ, ਲੋਕਾਂ ਦੀ ਚੁਣੀ, ਰਾਈਟ। ਉਹਨੂੰ ਜਿਹੜਾ ਹੁੰਦਾ ਉਹਨੂੰ ਜਰਨਲ ਰਾਹੀਂ, ਪਨੋਕੇ ਰਾਹੀਂ ਉਹਨੂੰ ਮਰਵਾ ਦਿੱਤਾ ਜਾਂਦਾ, ਤੇ ਉੱਥੇ ਆਪਦੇ ਪਪਟ ਸਰਕਾਰ ਕਾਇਮ ਕੀਤੀ ਜਾਂਦੀ ਆ। ਬੰਗਲਾਦੇਸ਼ ਦੇ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਨੂੰ ਮਰਵਾ ਕੇ ਉਹ ਕੀ ਜ਼ਿਆਉਰ ਰਹਿਮਾਨ ਨੂੰ ਅੱਗੇ ਕਰਤਾ। ਪਾਕਿਸਤਾਨ 'ਚ ਭੁੱਟੋ ਨੂੰ ਮਰਵਾ ਕੇ ਜ਼ਿਆਉਲ ਹੱਕ ਇਹ ਕਰਤਾ। ਇਹ ਸਾਰੀ ਦੁਨੀਆ 'ਚ ਵੀ ਆਪਦੇ ਹੀ ਪਪਟ ਖੜੇ ਕਰਦੇ ਆ ਤਾਂ ਕਿ ਮੁੜ ਕੇ ਇਹਨਾਂ ਨੂੰ ਮੁਲਕ ਲੁੱਟਣੇ ਸੌਖੇ ਹੋ ਜਾਣ। ਇਹਨਾਂ ਦੀ ਇਹ ਜਿਹੜੀ ਚਾਲ ਹੈ, ਤੁਸੀਂ ਸਮਝ ਰਹੇ ਹੋ, ਜਿਹੜੇ ਕੰਟਰੀਜ਼ ਨੇ, ਵੱਖ-ਵੱਖ ਕੰਟਰੀਜ਼ ਨੇ, ਉਹ ਸਮਝਦੇ ਕਿ ਨਹੀਂ ਸਮਝਦੇ? ਉਹ ਬਿਲਕੁਲ ਜਾਣਦੇ ਆ। ਜਿਹੜੇ ਵੱਡੇ ਅਮੀਰ ਆ ਨਾ, ਜਿਹੜੇ ਚੋਣਾਂ ਲੜੋ, ਬਿਲਕੁਲ ਜਾਣਦੇ ਆ ਵੀ ਕੀ ਹੋ ਰਿਹਾ, ਪਰ ਉਹ ਸਿਰਫ ਆਪਦੀਆਂ ਪੀੜ੍ਹੀਆਂ ਤੱਕ ਸੋਚਦੇ ਆ। ਜਿਵੇਂ ਪੰਜਾਬ ਦਾ ਮੁੱਖ ਮੰਤਰੀ ਆਪਦੀ ਪੀੜ੍ਹੀ ਤੱਕ ਹੀ ਸੋਚੀ ਗਿਆ, ਜਾਂ ਇੰਡੀਆ ਦਾ ਕੋਈ ਵੀ। ਹੁਣ ਘਰਾਣੇ ਬਣ ਗਏ ਸਾਡੇ, ਇੱਕ ਗਾਂਧੀ ਘਰਾਣਾ ਬਣ ਗਿਆ, ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ। ਇਧਰ ਬਾਦਲਾਂ ਦਾ ਘਰਾਣਾ ਬਣ ਗਿਆ, ਰਾਈਟ। ਉਵੇਂ ਜਿਵੇਂ ਯੂਪੀ 'ਚ ਘਰਾਣੇ ਬਣ ਗਏ। ਉਹ ਆਪਦੇ ਘਰਾਣੇ ਤੱਕ ਉਹਨਾਂ ਦੀ ਇਕੱਠੇ ਪੈਸੇ ਕਰਨ ਦੀ ਸੋਚ। ਆਮ ਲੋਕਾਂ ਨੂੰ ਤਾਂ ਨੰਬਰ ਨਹੀਂ ਉਹਨਾਂ ਲਈ, ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿੰਨੇ ਲੋਕ ਮਰਦੇ ਆ ਕਿੰਨੇ ਨਹੀਂ। ਕੈਨੇਡਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕੈਨੇਡਾ ਦੇ ਵਿੱਚ ਵੀ ਇਹ ਆਪਾਂ ਵੇਖਦੇ ਹਾਂ ਕਿ ਆਰਥਿਕ ਪਾੜਾ ਜਿਹੜਾ ਵੱਧ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਕਿੱਥੇ ਜਾ ਕੇ ਇਹਦੀ ਰੁਕਣ ਦੀ ਕੋਈ ਸੰਭਾਵਨਾ ਲੱਗਦੀ ਹੈ? ਹਾਲਾਤ ਕਿਸ ਪਾਸੇ ਵੱਲ ਨੂੰ ਜਾ ਰਹੇ ਨੇ? ਦੇਖੋ, ਜੇ ਪਹਿਲਾਂ ਆਪਾਂ ਵਧਣ ਦੀ ਗੱਲ ਕਰੀਏ ਨਾ ਕੈਨੇਡਾ ਦੇ ਵਿੱਚ, ਕੈਨੇਡਾ ਦੇ ਵਿੱਚ ਇਸ ਵੇਲੇ 20% ਲੋਕਾਂ ਕੋਲੇ ਕੈਨੇਡਾ ਦੀ 70% ਦੌਲਤ ਆ। 20% ਲੋਕਾਂ ਕੋਲ 70% ਦੌਲਤ ਆ, ਤੇ ਜਿਹੜੇ ਬਾਕੀ 70% ਲੋਕ ਨੇ ਉਹਨਾਂ ਕੋਲੇ 30% ਦੌਲਤ ਆ। ਪਾੜਾ ਤਾਂ ਤੁਸੀਂ ਇੱਥੇ ਹੀ ਦੇਖ ਲਓ। ਹਾਲਾਂਕਿ ਆਪਾਂ ਇੰਡੀਆ 'ਚ ਕਹਿੰਦੇ ਹੁੰਦੇ ਆ ਕਿ ਉੱਥੇ 5% ਲੋਕਾਂ ਕੋਲ ਮੇਰੇ ਖਿਆਲ ਕਿ ਮੈਕਸਿਮਮ ਦੌਲਤ ਹੈ, 95%, ਤੇ ਥੱਲੇ ਜਿਹੜੀ 5% ਉਹ ਆਮ ਲੋਕ। ਜੇ ਤੁਸੀਂ ਕੈਲਗਰੀ ਦੇ ਸ਼ਹਿਰ ਦੀ ਲਾਮੋ ਤਾਂ 2700 ਬੰਦਾ ਇੱਥੇ ਹੋਮਲੈਸ ਆ ਕੈਲਗਰੀ 'ਚ। ਕੈਲਗਰੀ ਦੇ ਵਿੱਚ ਘੱਟੋ ਕੈਲਗਰੀ ਦੇ ਆਲੇ ਦੁਆਲੇ 15-20 ਹਜ਼ਾਰ ਜਿਹੜਾ ਸਟੂਡੈਂਟ ਸਕੂਲ ਜਾਂਦਾ ਨਾ, ਉਹਨਾਂ ਕੋਲੇ ਲੰਚ ਨਹੀਂ ਹੁੰਦਾ। ਮੈਂ ਕੱਲ ਪਰਸੋਂ ਖਬਰ ਪੜ੍ਹੀ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ 20% ਜਿਹੜਾ ਫੂਡ ਬੈਂਕ ਨੇ ਉਹਨਾਂ ਤੋਂ ਭੋਜਨ ਜਿਹੜਾ ਜ਼ਿਆਦਾ ਬਾਹਰ ਜਾਣ ਲੱਗ ਗਿਆ। ਜਿਹੜਾ ਕੈਨੇਡਾ ਦਾ 5 ਮਿਲੀਅਨ ਸਟੂਡੈਂਟ ਆ, 1 ਮਿਲੀਅਨ ਸਟੂਡੈਂਟ ਕੋਲੇ ਲੰਚ ਨਹੀਂ ਹੁੰਦਾ। ਜਿਹੜੇ ਨੇਟਿਵ ਲੋਕ ਨੇ ਉਹਨਾਂ ਦੀ ਤਾਂ ਇਦੋਂ ਵੀ ਮਾੜੀ ਹਾਲਤ ਆ ਵੀ 65% ਬੱਚਿਆਂ ਕੋਲੇ ਲੰਚ ਨਹੀਂ ਹੁੰਦਾ। ਹੁਣ ਤੁਸੀਂ ਦੇਖ ਲਓ ਵੀ ਕੈਨੇਡਾ ਕਿੰਨਾ ਕੁ ਅਮੀਰ ਆ। ਅਮੀਰੀ ਸਾਨੂੰ, ਜੇ ਅਮੀਰੀ ਅਸੀਂ ਦੇਖੀਏ, ਅਮੀਰੀ ਵੱਡੀਆਂ ਬਿਲਡਿੰਗਾਂ ਚੋਂ ਜਾਂ ਚੌੜੀਆਂ ਸੜਕਾਂ ਚੋਂ ਜਾਂ ਪੁਲਾਂ ਚੋਂ ਨਹੀਂ ਦਿੰਦੀ ਹੁੰਦੀ। ਅਮੀਰੀ ਦਿੰਦੀ ਆ ਵੀ ਇਸ ਮੁਲਕ ਦੇ ਕਿੰਨੇ % ਚੁੱਲ੍ਹਿਆਂ 'ਚ ਅੱਗ ਬਲਦੀ ਆ। ਉਸ ਹਿਸਾਬ ਨਾਲ ਕੈਨੇਡਾ ਦੀ 30-40% ਆਬਾਦੀ ਗਰੀਬੀ ਲਾਈਨ ਤੋਂ ਥੱਲੇ ਚੱਲ ਰਹੀ। ਜਿਹੜਾ ਗਰੀਬੀ ਲਾਈਨ ਤੋਂ ਥੱਲੇ ਆ, ਉਹ ਫਿਰ ਖੜੇ ਕਿਉਂ ਨਹੀਂ ਹੁੰਦੇ? ਇਹ ਜਿਹੜੀ ਵੱਡੀ ਪ੍ਰੋਬਲਮ ਆ। ਜਦੋਂ ਹੁਣ ਇੱਕ ਬੰਦੇ ਨੂੰ ਇਹ ਆ ਵੀ ਮੈਂ ਸ਼ਾਮ ਨੂੰ ਰੋਟੀ ਦੀ ਖਾਤਰ ਭੱਜਣਾ, ਉਹ ਰੋਟੀ ਕਾ ਭੱਜਿਆ ਫਿਰਦਾ, ਉਹ ਸੋਚੂ ਵਿਚਾਰਾ ਕਦੋਂ। ਇਹਨਾਂ ਨੇ ਲੋਕਾਂ ਨੂੰ ਇਹੋ ਜਿਹੇ ਚੱਕਰਾਂ 'ਚ ਪਾਤਾ ਵੀ ਘਰ ਲੈ ਲਿਆ, 25-30% ਘਰ ਤੁਹਾਡਾ ਆਪਦਾ ਨਹੀਂ ਹੁੰਦਾ 30 ਸਾਲ, ਰਾਈਟ। 30 ਸਾਲਾਂ 'ਚ ਬੰਦੇ 'ਚ ਰਹਿੰਦਾ ਕੀ ਆ? ਬਾਕੀ ਜਿਹੜੇ, ਜੇ ਮੈਂ ਇਹ ਕਹਾਂ ਬਈ ਇਹੀ ਜੀ ਗੱਲ ਨਹੀਂ, ਜੇ ਕਹਾਂ ਕੈਨੇਡਾ ਦੀ ਸਟੂਡੈਂਟ 'ਚ ਅਵੇਅਰਨੈਸ ਬਹੁਤ ਆ ਰਹੀ ਆ, ਰਾਈਟ। ਪਰ ਜਿਹੜੇ ਅਸੀਂ ਲੋਕ ਆ, ਅਸੀਂ ਅਵੇਅਰਨੈਸ ਕਿੰਨੀ ਬਹੁਤ ਪਿੱਛੇ ਆ। ਕੈਨੇਡਾ 'ਚ ਜਦੋਂ ਵੀ ਡੈਮੋਨਸਟ੍ਰੇਸ਼ਨ ਹੁੰਦੇ ਆ, ਨਸਲਵਾਦ ਦੇ ਵਿਰੁੱਧ ਹੋਣ, ਗਨ ਕਲਚਰ ਦੇ ਵਿਰੁੱਧ ਹੋਣ, ਸਾਡੀ ਸ਼ਮੂਲੀਅਤ ਨਾ ਬਰਾਬਰ ਹੁੰਦੀ ਆ। ਮਤਲਬ ਅਸੀਂ ਹਲੇ ਵੀ, ਜਿਵੇਂ ਉਹ ਸਹੁਰੇ ਆਈ ਕੁੜੀ ਪੇਕਿਆਂ ਨੂੰ ਹੀ ਪਿੱਟੀ ਜਾਂਦੀ ਆ, ਅਸੀਂ ਇਹ ਨਹੀਂ ਸੋਚਦੇ ਵੀ ਮੇਰੀ ਜਾਨ ਤਾਂ ਸਹੁਰੇ ਦੇ ਘਰੋਂ ਨਿਕਲਣੀ ਆ, ਮੈਂ ਰਹਿਣਾ ਤਾਂ ਇੱਥੇ ਆ, ਮੇਰੇ ਬੱਚਿਆਂ ਨੇ ਇੱਥੇ ਰਹਿਣਾ, ਮੇਰੇ ਪੁੱਤ ਪੋਤਿਆਂ ਨੇ ਇੱਥੇ ਰਹਿਣਾ, ਮੈਂ ਇਸ ਮੁਲਕ ਬਾਰੇ ਵੀ ਸੋਚਾਂ। ਹਰੀਪਾਲ ਜੀ, ਤੁਹਾਡੇ ਨਾ ਇੱਕ ਮੈਂ ਕਿਤਾਬ ਦੇ ਵਿੱਚ ਪੜ੍ਹਦਿਆਂ ਕਹਿੰਦੇ ਕਿ ਵੀ ਸਮਾਜਵਾਦੀ ਸਰਕਾਰ ਲੋਕਾਂ ਨੂੰ ਇਕੱਠੇ ਕਰਦੀ ਹੈ ਤੇ ਪੂੰਜੀਵਾਦੀ ਸਰਕਾਰ ਆਪਣੇ ਹਿੱਤਾਂ ਖਾਤਰ ਲੋਕਾਂ ਨੂੰ ਪਾੜਦੀ ਹੈ। ਸਮਾਜਵਾਦੀ ਸਰਕਾਰ ਲੋਕਾਂ ਨੂੰ ਇਕੱਠਿਆ ਕਰਦੀ ਆ ਤੇ ਪੂੰਜੀਵਾਦੀ ਸਰਕਾਰ ਜਿਹੜੀ ਉਹ ਲੋਕਾਂ ਨੂੰ ਪਾੜਦੀ ਆ। ਕੀ ਭਾਵ ਇਸ ਗੱਲ ਤੋਂ? ਇਸ ਤੋਂ ਕਿੰਨਾ ਕੁ ਲੋਕੀ ਇਹਨੂੰ ਸਮਝਦੇ ਆ? ਜੇ ਅਸੀਂ ਇਹਨੂੰ ਸਮਝੇ, ਜਿੱਦਾਂ ਹੁਣ ਅਸੀਂ ਜਦੋਂ ਘਰਾਂ 'ਚ ਰਹਿੰਦੇ ਆ, ਸਾਡੇ ਜਵਾਕਾਂ ਦੇ ਅੱਡ-ਅੱਡ ਰੂਮ ਨੇ, ਉਹ ਕਹਿੰਦਾ ਦਿਸ ਇਜ਼ ਮਾਈ ਰੂਮ, ਫਿਰ ਉਹਦਾ ਰੂਮ 'ਚ ਟੀਵੀ ਲਿਆਉਂਦਾ, ਦਿਸ ਇਜ਼ ਮਾਈ ਟੀਵੀ। ਇਹ ਜਿਹੜਾ ਮਾਈਂਡ ਜਿਹੜਾ ਨਾ ਸਾਡੇ ਪਹਿਲਾਂ ਹੀ ਦਿਮਾਗ 'ਚ ਭਰਿਆ ਜਾਂਦਾ ਸਕੂਲ ਤੋਂ ਹੀ, ਹੈ ਨਾ। ਜਵਾਕ ਨੇ, ਉਹ ਜਦੋਂ ਜਵਾਕ ਵੱਡੇ ਹੁੰਦੇ ਆ, ਜਦੋਂ ਹੁਣ ਫਰਜ਼ ਕਰੋ 3 ਜਵਾਕ ਨੇ,
ਜਦੋਂ 3 ਜਵਾਕ ਅੱਡ ਹੋ ਗਏ, ਉਹਨਾਂ ਨੇ 3 ਘਰ ਵੀ ਲੈਣੇ ਆ, 3 ਜਗ੍ਹਾ ਟੀਵੀ ਵੀ ਲੈਣੇ ਆ, 3 ਜਗ੍ਹਾ ਕਾਰਾਂ ਵੀ ਲੈਣੀਆਂ। ਉਹ ਡਿਮਾਂਡ ਵੱਧਦੀ ਆ, ਇਹੀ ਪੂੰਜੀਪਤ ਚਾਹੁੰਦਾ। ਜੇ ਜੁਆਇੰਟ ਫੈਮਿਲੀ ਇਕੱਠੀ ਰਹੇ, ਇੱਕ ਟੀਵੀ ਨਾਲ ਸਰੀ ਜਾਵੇ, 2 ਕਾਰਾਂ ਨਾਲ ਸਰੀ ਜਾਵੇ, ਤਾਂ ਉਹਦੀ ਉਹ ਪੂੰਜੀਪਤ ਕਾਰਾਂ ਉਹਦੀਆਂ ਕਿੱਥੋਂ ਵੇਚੂਗਾ? ਆਪਦੇ ਘਰ ਬਣਾ ਕਿੱਥੇ ਵੇਚੂਗਾ? ਹੁਣ ਤੁਸੀਂ ਦੇਖੋ ਕਿੰਨੇ ਘਰ ਖਾਲੀ ਇੱਥੇ ਬਣੇ ਪਏ ਆ, ਬਣੀ ਜਾਂਦੇ ਆ, ਗਾਹਾਂ ਦੀਆਂ ਬਣੀ ਵੀ ਜਾਂਦੇ ਆ। ਇਸੇ ਕਰਕੇ ਬਣੀ ਜਾਂਦੇ ਆ ਨਾ ਵੀ 20 ਸਾਲਾਂ ਬਾਅਦ ਫੈਮਲੀਆਂ ਸਪਲਿਟ ਹੋ ਜਾਂਦੀਆਂ ਨੇ, ਗਾਹ ਕਰ ਜਾਂਦੀ। ਇੱਥੇ ਹੋ ਗਿਆ ਜੀ ਅਸੀਂ ਅਫੋਰਡੇਬਲ ਹਾਊਸਸ ਬਣਾ ਰਹੇ ਹਾਂ ਜੀ, ਹਾਂ। ਇਹ ਅਸੀਂ ਸਿੰਗਲ ਮੌਮਸ ਲਈ ਬਣਾ ਰਹੇ ਹਾਂ। ਹਾਂ। ਪਹਿਲਾਂ ਤਾਂ ਅਸੀਂ ਇੱਕ ਇਹੋ ਜਿਹਾ ਵਾਤਾਵਰਣ ਪੈਦਾ ਕਰਦੇ ਹਾਂ ਕਿ ਜਿਹੜੇ ਸਿੰਗਲ ਮੌਮਸ ਨੇ ਉਹਨਾਂ ਨੂੰ ਉਤਸ਼ਾਹਿਤ ਕਰੋ। ਬਿਲਕੁਲ, ਹਾਂ। ਹੁਣ ਸਭ ਤੋਂ ਵੱਡੀ ਮੈਨੂੰ ਜਿਹੜੀ ਹਰੀਪਾਲ ਜੀ ਇੱਥੇ ਲੱਗਦੀ ਆ ਕਿ ਪਰਿਵਾਰਾਂ ਨੂੰ ਇਕਮੁੱਠ ਰੱਖਣ ਦੀ ਬਜਾਏ ਦੌੜ ਇੰਨੀ ਵਧਾ ਦਿੱਤੀ ਹੈ ਬਿਲਕੁਲ ਕਿ ਔਰਤ ਜਿਹੜੀ ਉਹ ਵੀ ਘਰੋਂ ਭੱਜ ਰਹੀ ਹੈ, ਮਰਦ ਵੀ ਘਰੋਂ ਭੱਜ ਰਿਹਾ ਹੈ। ਬੱਚਿਆਂ ਨੂੰ ਸੰਭਾਲਣ ਵਾਸਤੇ ਡੇ ਕੇਅਰਸ ਨੇ, ਉੱਥੇ ਬੱਚਿਆਂ ਨੂੰ ਛੱਡਿਆ ਜਾ ਰਿਹਾ ਹੈ, ਉਹਨਾਂ ਦੀਆਂ ਫੀਸਾਂ ਦਿੱਤੀਆਂ ਜਾ ਰਹੀਆਂ। ਤੇ ਜੇ ਕੋਈ ਸੱਸ ਸਹੁਰਾ ਆ ਜਾਂਦਾ ਜਾਂ ਦਾਦੀ ਦਾਦਾ ਨਿਆਣਿਆਂ ਦਾ ਆ ਜਾਂਦਾ ਤੇ ਉਹਨਾਂ ਨਾਲ ਇਹਨਾਂ ਦੀ ਬਣਦੀ ਨਹੀਂ। ਉਹ ਦਾਦੀ ਜਿੰਨਾ ਚਿਰ, ਜਦੋਂ ਦਾਦੀ ਦਾਦਾ ਆ ਗਏ ਜਾਂ ਨਾਨੀ ਨਾਨਾ ਆ ਗਏ, ਜਿੰਨਾ ਚਿਰ ਤੋਂ ਬੱਚੇ ਸਾਂਭਦੇ ਆ ਉਹ ਠੀਕ ਆ। ਜਦੋਂ ਫਿਰ ਉਹ ਬੱਚੇ ਵੱਡੇ ਹੋ ਕੇ ਯੂਨੀਵਰਸਿਟੀ ਚਲੇ ਜਾਂਦੇ ਆ, ਦਾਦਾ ਦਾਦੀ ਜਾਂ ਨਾਨਾ ਨਾਨੀ ਵਾਧੂ ਹੋ ਜਾਂਦੇ ਆ, ਉਦੋਂ ਪ੍ਰੋਬਲਮ ਫਿਰ ਖੜੀ ਹੁੰਦੀ ਆ। ਫਿਰ ਸਾਡੇ ਕਿੰਨੇ ਹੀ ਬਜ਼ੁਰਗ ਪਹਿਲਾਂ ਤਾਂ ਬੇਸਮੈਂਟਾਂ 'ਚ ਰਹਿੰਦੇ ਆ, ਮੈਂ ਦੇਖਿਆ, ਜਿਹੜੇ ਆਪਦੇ ਮੁੰਡਿਆਂ ਨੂੰ ਅੱਡ ਹੋ ਕੇ ਜਾਂ ਕੁੜੀਆਂ ਨੂੰ ਅੱਡ ਹੋ ਕੇ, ਨਹੀਂ ਤਾਂ ਮੋਸਟਲੀ ਉਹ ਮੁੜ ਕੇ ਸੀਨੀਅਰ ਹੋਮਾਂ 'ਚ ਪਏ ਹੁੰਦੇ ਆ। ਨਾ ਉਹਨਾਂ ਨੂੰ ਕੋਈ ਮਿਲਣ ਵੀ ਨਹੀਂ ਜਾਂਦਾ, ਕਿਉਂਕਿ ਜਿਹੜੇ ਉਹ ਔਲਾਦ ਆ ਉਹ ਚੂਹੇ ਦੌੜ 'ਚ ਪਈ ਹੋਈ ਆ ਵੀ ਕੰਮ ਕਰਨਾ, ਕਿਸ਼ਤਾਂ ਭਰਨੀਆਂ ਨੇ। ਇਹਨਾਂ ਨੇ ਸਿਸਟਮ ਹੀ ਇਦਾਂ ਦਾ ਬਣਾਤਾ, ਤੁਸੀਂ ਔਲਾਦ 'ਚ ਵੀ ਨਹੀਂ ਇੰਨਾ ਕਸੂਰ ਕੱਢ ਸਕਦੇ। ਵੀ ਉਹ ਵੀ ਆਰਥਿਕ ਦੌੜ 'ਚ ਇੰਨੇ ਬਣਾਤੇ ਨਾ ਵੀ ਉਹਨਾਂ ਨੂੰ ਜਿੱਦਾਂ ਇੱਕ ਦਿਨ ਉਹਨਾਂ ਨੂੰ ਵੀ ਪਤਾ ਉਹਨਾਂ ਨਾਲ ਵੀ ਇਦਾਂ ਹੀ ਹੋਣੀ ਆ, ਉਹ ਵੀ ਇਦਾਂ ਇਕੱਲੇ ਹੀ ਰਹਿਣਗੇ ਕਿਸੇ ਦਿਨ। ਇੱਕ ਹੋਰ ਹੈਗੀ ਇੱਕ ਆਪਣਾ ਇੱਥੇ ਕਿ ਦੋ ਜੌਬਸ ਕਰਨੀਆਂ ਨੇ, ਦੋ ਜੌਬਸ ਕਰਦਾ, ਹਸਬੈਂਡ ਵੀ 2 ਕਰ ਰਿਹਾ ਹੈ, ਵਾਈਫ 1 ਕਰ ਰਹੀ ਹੈ, ਇੱਕ ਸ਼ਾਮ ਨੂੰ ਜਾ ਰਿਹਾ, ਇੱਕ ਸਵੇਰ ਨੂੰ ਜਾ ਰਿਹਾ। ਕੀ ਜ਼ਰੂਰੀ ਹੈ ਸਭ ਕੁਝ? ਕਿ ਜੇ ਅਸੀਂ ਹੁਣ ਕੈਨੇਡਾ ਇੱਥੇ ਆਏ ਆ, ਅਸੀਂ ਚੰਗੀ ਜ਼ਿੰਦਗੀ ਜਿਉਣਾ ਹੈ, ਹਾਂਜੀ, ਤੇ ਕੀ ਇਸ ਭੱਜ ਦੌੜ ਲਈ ਅਸੀਂ ਪ੍ਰਿਪੇਅਰ ਹੋ ਕੇ ਆਏ ਆ, ਜਾਂ ਇਹ ਭੱਜ ਦੌੜ ਜ਼ਰੂਰੀ ਹੈ ਵੀ ਅਸੀਂ ਕਰਨੀ ਹੋਈ ਕਰਨੀ ਹੈ, ਸਵੇਰੇ ਸ਼ਾਮੀ ਭੱਜ? ਉਹਦੇ ਤਾਂ ਕਈ ਕਾਰਨ ਨੇ। ਉਹਦਾ ਇੱਕ ਕਾਰਨ ਤਾਂ ਵੀ ਜਦੋਂ ਅਸੀਂ ਕੈਨੇਡਾ 'ਚ ਆਏ, ਜਦੋਂ ਅਸੀਂ ਮਿੱਲਾਂ 'ਚ ਕੰਮ ਕਰਦੇ ਸੀ, ਮੈਂ ਇਕੱਲਾ ਹੀ ਕੰਮ ਕਰਦਾ ਸੀ, ਮੇਰੀ ਵਾਈਫ ਬੱਚੇ ਸਾਂਭਦੀ ਸੀ, ਅਸੀਂ ਹੌਲੀਡੇ ਵੀ ਕਰਦੇ ਸੀ, ਇੰਡੀਆ ਵੀ ਜਾਂਦੇ ਸੀ, ਸਾਡਾ ਸਰੀ ਜਾਂਦਾ ਸੀ। ਰਾਈਟ, 1988 ਜਦੋਂ ਫ੍ਰੀ ਟ੍ਰੇਡ ਲਾਗੂ ਹੋਇਆ, ਉਦੋਂ ਐਡ ਬ੍ਰੌਡਬੈਂਡ ਨੇ ਇਹ ਗੱਲ ਕਹੀ ਸੀ ਲੋਕਾਂ ਨੂੰ ਵੀ ਤੁਸੀਂ ਪਛਤਾਓਗੇ। ਜਿਹੜਾ ਫ੍ਰੀ ਟ੍ਰੇਡ ਨੇ ਕੰਪਨੀਆਂ ਨੂੰ ਇੰਨੀ ਖੁੱਲ੍ਹ ਦਿੱਤੀ, ਮਨੀ ਦੀ ਮੂਵਮੈਂਟ ਕਰਨੀ, ਮਸ਼ੀਨਾਂ ਦੀ ਮੂਵਮੈਂਟ ਦੀ, ਕੱਚੇ ਮਾਲ ਦੀ। ਮਤਲਬ ਜਿਹੜਾ ਅਸੀਂ ਜਿੱਤਿਆ ਸੀ ਨਾ ਵੀ 8 ਘੰਟੇ 5 ਦਿਨ, ਉਹਦੀ ਉਹ ਹਾਲਤ ਕਰਤੀ ਬਈ 7 ਤੋਂ 2 ਜੋਬਾਂ ਕਰੀ ਇਹਨਾਂ ਲੋਕਾਂ ਤੋਂ ਗੁਜ਼ਾਰਾ ਨਹੀਂ ਹੋ ਰਿਹਾ ਬਹੁਤ। ਕਈ ਜਗ੍ਹਾ ਤੇ ਇਹ ਨੇ, ਮੇਰਾ ਟੋਰਾਂਟੋ ਇੱਕ ਫਰੈਂਡ ਆਇਆ, ਉਹਦਾ ਮੁੰਡਾ ਦਿਨੇ ਕੰਮ ਕਰੇ, ਰਾਤ ਨੂੰ ਨੂੰਹ ਕੰਮ ਕਰੇ, ਉਹ ਇੱਕ ਦੂਜੇ ਨੂੰ ਮਸਾਂ ਕਿਤੇ ਵੀਕਐਂਡ ਦੇ ਮਿਲਣ। ਉਹ ਤਾਜਪੁਰ ਤੋਂ ਸੀ ਮੁੰਡਾ ਮੇਰਾ ਫਰੈਂਡ, ਉਹਨਾਂ ਦਾ ਘਰ ਵੇਚ ਕੇ ਇੰਡੀਆ ਲੈ ਗਿਆ ਸੀ, ਪਰ ਉਹ 3-4 ਸਾਲ ਲੱਗੇ, ਮੁੜ ਕੇ ਫਿਰ ਜਵਾਕ ਕਿੱਥੇ ਆ ਗਏ, ਨਹੀਂ ਉੱਥੇ ਦੇ ਸਿਸਟਮ 'ਚ ਫਿੱਟ ਆਉਂਦੇ। ਰਾਈਟ, ਇਹ ਸਾਡੀ ਬਦਕਿਸਮਤੀ ਹੈ ਕਿ ਸਾਡੇ ਇੰਡੀਆ ਦਾ ਸਿਸਟਮ ਜਿਹੜਾ ਉਹਨੇ ਲੋਕਾਂ ਨੂੰ ਨਾ ਬੇਵਸ ਕਰ ਦਿੱਤਾ ਹੈ ਕਿ ਉਹ ਬਾਹਰ ਵੱਲ ਨੂੰ ਭੱਜ ਰਹੇ ਨੇ, ਹਾਲਾਂਕਿ ਜ਼ਿੰਦਗੀ ਇੱਥੇ ਵੀ ਉਨੀ ਹੀ ਔਖੀ ਹੈ। ਉਦੋਂ ਵੀ ਜ਼ਿਆਦਾ ਔਖੀ ਹੈ, ਉਦੋਂ ਵੀ ਜ਼ਿਆਦਾ ਇਕੱਲਤਾ। ਜਦੋਂ ਇੱਥੇ ਸਾਨੂੰ ਇਕੱਲਤਾ ਸਹਿਣੀ ਪੈਂਦੀ ਹੈ ਨਾ, ਫਿਰ ਬਹੁਤ ਔਖਾ ਲੱਗਦਾ, ਫਿਰ ਅਸੀਂ ਉੱਥੇ ਵੀ ਨਹੀਂ ਜਾ ਸਕਦੇ। ਉੱਥੇ ਤਾਂ ਹੁਣ ਜਿਹੜੇ ਸਾਡੇ ਉੱਥੇ ਦਾ ਮੌਸਮ ਵਧੀਆ ਸੀ, ਸਾਡੇ ਆਪਦੇ ਦਰਖਤ ਸੀ, ਸਾਡੇ ਆਪਦੇ ਜਾਨਵਰ ਸੀ, ਸਾਡਾ ਜੀ ਲੱਗਦਾ ਸੀ। ਪਰ ਉੱਥੋਂ ਦੇ ਜਿਹੜਾ ਸਿਸਟਮ ਸੀ ਨਾ, ਜਿਹੜਾ ਡਰ ਸੀਗਾ, ਜਿਹਦੀ ਸਿਕਿਉਰਿਟੀ ਅਨਸਿਕਿਉਰਿਟੀ ਹੋ ਗਈ, ਲੋਕਾਂ ਨੂੰ ਡਰ ਲੱਗਣ ਲੱਗ ਗਿਆ। ਕੱਲੀਆਂ ਕੁੜੀਆਂ ਜਿੰਨੀਆਂ ਸੇਫ ਨਹੀਂ ਹੈਗੀਆਂ ਉੱਥੇ। ਰਾਈਟ, ਕਿਤੇ ਡਾਕਟਰ ਦਾ ਰੇਪ ਹੋ ਜਾਂਦਾ ਕਿਸੇ ਕੁੜੀ ਦਾ, ਕਿਤੇ ਦਿੱਲੀ 'ਚੋਂ ਕਿਸੇ ਕੁੜੀ ਦਾ ਰੇਪ ਹੋ ਜਾਂਦਾ, ਕਿਤੇ ਬੰਦਾ ਵੱਢਿਆ ਜਾਂਦਾ ਜੇ 5-4 ਹਜ਼ਾਰ ਰੁਪਈਆ ਲਈ ਆਉਂਦਾ। ਉਹ ਚੀਜ਼ ਨੇ ਲੋਕਾਂ ਨੂੰ ਬਹੁਤ ਕੱਢਿਆ। ਜਿੱਦਾਂ ਮੇਰਾ ਇੱਕ ਰਿਸ਼ਤੇਦਾਰ ਕਰੋੜਪਤੀ ਆ, ਉਹਨੇ ਆਪਦੇ ਦੋਨੇ ਬੱਚੇ ਬਾਹਰ ਤਾਂ ਕੱਢੇ ਸਿਰਫ ਸਿਕਿਉਰਿਟੀ ਕਰਕੇ। ਮੈਨੂੰ ਯਾਦ ਹੈ ਕਿ ਅਸੀਂ ਹੁਣ ਜਦੋਂ ਅਸੀਂ ਕੈਨੇਡਾ ਆਉਣਾ ਸੀਗਾ, ਹੁਣ ਅਸੀਂ ਉੱਥੇ ਸੋਹਣੀਆਂ ਨੌਕਰੀਆਂ, ਦੋਨੋਂ ਮੀਆਂ ਬੀਵੀ ਵਧੀਆ ਨੌਕਰੀਆਂ ਕਰ ਰਹੇ, ਟੌਪ ਦੀ ਜਿਹਨੂੰ ਅਸੀਂ ਕਹਿੰਦੇ ਆ। ਸਾਨੂੰ ਕੋਈ ਨਹੀਂ ਸੀ, ਬੇਟਾ ਮੇਰਾ ਇੰਜੀਨੀਅਰਿੰਗ ਪੜ੍ਹ ਰਿਹਾ ਸੀ, ਬੇਟੀ ਵੀ ਪੜ੍ਹ ਰਹੀ ਸੀ। ਤਾਂ ਜਦੋਂ ਜਰਾ ਕੋਈ ਮੌਕਾ ਮਿਲਿਆ ਬਈ ਅਸੀਂ ਬਾਹਰ ਜਾ ਸਕਦੇ ਹਾਂ, ਤਾਂ ਮੈਨੂੰ ਲੱਗਦਾ ਕਿ ਮੈਂ ਹੀ ਸੀ ਜਿਹੜੀ ਕਹਿੰਦੀ ਸਾਂ ਤੇ ਸਭ ਚੱਲ ਅਪਲਾਈ ਕਰ ਦੋ, ਆਪਣੀ ਤਾਂ ਲੰਘ ਗਈ, ਬੱਚਿਆਂ ਦੇ ਨਹੀਂ ਜੇ ਇੱਥੇ ਲੰਘਣੀ। ਸੋ ਇਹ ਗੱਲ ਸਹੀ ਆ ਵਾਕਈ ਕਿ ਬੱਚਿਆਂ ਦੀ ਉੱਥੇ ਜਿਹੜੀ ਆ ਉਹ ਗੁਜ਼ਾਰਾ ਜਿਹੜਾ ਨਹੀਂ ਹੈ। ਈਵਨ ਜਿਹੜੇ ਉੱਥੇ ਇੰਜੀਨੀਅਰ ਵੀ ਲੱਗੇ ਨੇ, ਉਹਨਾਂ ਦੇ ਨਾਲ ਇਹੋ ਜਿਹੀ ਦੁਰਗਤੀ ਉਹ ਕੰਪਨੀਆਂ ਕਰਦੀਆਂ ਨੇ, ਚਾਹੇ ਉਹ ਅਮਰੀਕਾ ਦੀ ਕੰਪਨੀ ਹੈ, ਚਾਹੇ ਕਿਸੇ ਹੋਰ ਕੰਟਰੀ ਦੀ ਹੈ, ਉਹ ਇੱਥੇ ਨਹੀਂ ਕਰ ਸਕਦੇ, ਕਿਉਂਕਿ ਇੱਥੇ ਚਲੋ ਥੋੜੇ ਬਹੁਤੇ ਨਿਯਮ ਜਿਹੜੇ ਨੇ ਉਹ ਹਜੇ ਵੀ ਲਾਗੂ ਨੇ। ਉੱਥੇ ਵਿਚਾਰਿਆਂ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜਾ ਉਹ ਬਿਠਾਈ ਜਾਂਦੇ ਨੇ।
ਉਹ ਵੀ ਅੱਕੇ ਹੋਏ ਜਿਹੜੇ ਨੇ ਉਹ ਇੱਧਰ ਨੂੰ ਦੌੜ ਰਹੇ ਨੇ। ਹਾਂ, ਇੱਥੇ ਵੀ ਬਿਲਕੁਲ ਜਿਹੜੀਆਂ ਕੰਪਨੀਆਂ ਨੇ ਨਾ ਹੁਣ ਇਹ EMPLOYE ਡਾਇਰੈਕਟ ਹਾਇਰ ਨਹੀਂ ਕਰਦੀਆਂ, ਇਹ ਕੰਟਰੈਕਟ ਬੇਸ ਤੇ ਹਾਇਰ ਕਰਦੀਆਂ ਨੇ। ਜੇ ਤੁਸੀਂ ਸਿੱਧੇ ਜਿੱਦਾਂ ਹੁਣ ਅਸੀਂ ਮਿੱਲਾਂ 'ਚ ਕੰਮ ਕਰਦੇ ਸੀ, ਅਸੀਂ ਹੜਤਾਲ ਵੀ ਕਰ ਦਿੰਦੇ ਸੀ, 1.5-2 ਮਹੀਨੇ ਹੜਤਾਲ ਕਰ ਦਿੰਦੇ ਸੀ ਆਪਦੀਆਂ ਪੇਆਂ ਵੱਧ ਲੈਣ ਦੀ ਖਾਤਰ। ਪਰ ਇਹ ਇੱਥੇ ਕੰਟਰੈਕਟ ਬੇਸ ਤੇ ਨੇ, 3 ਸਾਲ ਦਾ ਕੰਟਰੈਕਟ ਆ, ਫਿਰ ਉਹ ਰਿਨਿਊ ਕਰਨਾ। ਉਹ ਜਵਾਕ ਡਰਦਾ ਹੀ ਰਹਿੰਦਾ, ਉਹ ਕਿਵੇਂ ਯੂਨੀਅਨ ਬਣਾਉਣਗੇ? ਇਹਨਾਂ ਨੇ ਸਿਸਟਮ ਹੀ ਇਸ ਤਰ੍ਹਾਂ ਕਰਤਾ ਵੀ ਚਾਰੇ ਪਾਸਿਓਂ ਕਸਤਾ ਲੇਬਰ ਨੂੰ। ਜਿਹੜਾ ਇਹ ਕਹਿ ਸਕਦੇ ਹਾਂ ਕਿ ਜਿਹੜਾ ਕੈਪੀਟਲਿਜ਼ਮ ਆ, ਇਹਦਾ ਕਾਰਨ ਖੁੱਲੀ ਮੰਡੀ ਬਣੀ ਆ ਕਿ ਖੁੱਲੀ ਮੰਡੀ ਜਿਹੜੀ ਹੈ ਉਹ ਕੈਪੀਟਲਿਜ਼ਮ ਨੂੰ ਉਹਨੇ ਵਧਾਇਆ? ਜਿਹੜੀ ਖੁੱਲੀ ਮੰਡੀ ਆ ਨਾ, ਐਕਚੁਅਲੀ ਇਹਨੇ ਕੈਪੀਟਲਿਜ਼ਮ ਨੂੰ ਬਹੁਤ ਜ਼ਿਆਦਾ ਚੱਕਤਾ। ਹੁਣ ਅਮਰੀਕਾ ਚੋਂ ਕਪਾਹ ਜਾਂਦੀ ਆ ਬੰਗਲਾਦੇਸ਼ 'ਚ, ਉੱਥੇ $2 ਦਿਹਾੜੀ ਦੇ ਦਿੰਦੇ ਆ, ਉੱਥੋਂ ਕੱਪੜੇ ਬਣਵਾਉਂਦੇ ਆ, ਲਿਆ ਕੇ ਅਮਰੀਕਾ 'ਚ ਵੇਚਦੇ ਆ। ਹੁਣ ਤੁਸੀਂ ਦੇਖ ਲਓ ਫਿਰ ਪੈਸਾ ਕਿਹਨੇ ਬਣਾਉਣਾ? ਉਹ ਜਿਹੜਾ ਟਰੇਡ ਕਰਦਾ, ਜਿਹਨੇ ਇੱਥੋਂ ਸਮਾਨ ਚੱਕਣਾ ਉੱਥੇ ਲੈ ਜਾਣਾ, ਤਿਆਰ ਮਾਲ ਇੱਥੇ ਲੈ ਕੇ ਫਿਰ ਵੇਚੀ ਜਾਣਾ। ਹਾਂ, ਮੈਂ ਤੁਹਾਡੀ ਕਿਤਾਬ 'ਚ ਹੀ ਪੜ੍ਹਿਆ ਕਿ ਸ਼ਿਕਾਗੋ ਇਹਨਾਂ ਨੇ ਸਕੂਲ ਖੋਲ੍ਹੇ ਹੋਏ ਨੇ ਜਿੱਥੇ ਜਿਹੜੇ ਪੜ੍ਹਨ ਵਾਲੇ ਨੇ, ਚਾਹੇ ਇੰਡੀਆ ਤੋਂ ਆਉਂਦੇ ਨੇ ਚਾਹੇ ਦੂਜੇ ਮੁਲਕਾਂ ਤੋਂ, ਉਹ ਖੁੱਲੀ ਮੰਡੀ ਬਾਰੇ ਐਜੂਕੇਸ਼ਨ ਦਿੰਦੇ ਤੇ ਉਹਨਾਂ ਨੂੰ ਮੁੜ ਕੇ ਉਹਨਾਂ ਮੁਲਕਾਂ ਦੇ ਵਿੱਚ ਭੇਜਿਆ ਜਾਂਦਾ ਹੈ ਕਿ ਤੁਸੀਂ ਇਹਨੂੰ ਕਰੋ, ਪ੍ਰਮੋਟ ਕਰੋ, ਇਹਨੂੰ ਪ੍ਰਮੋਟ ਕਰੋ। ਸੋ ਜਦ ਦੀ ਖੁੱਲੀ ਮੰਡੀ ਆਈ ਹੈ ਤਦ ਦਾ ਮੈਨੂੰ ਲੱਗਦਾ ਕਿ ਲੋਕਾਂ ਦੀ ਜਾਨ ਜਿਹੜੀ ਆ ਉਹ ਨਪੀੜੀ ਜਾ ਰਹੀ, ਜਿਵੇਂ ਵੇਲਣੇ 'ਚ ਗੰਨਾ ਨਪੀੜਦੇ ਆ। ਬਿਲਕੁਲ, ਜਿੱਦਾਂ ਹੁਣ ਮੇਰੇ ਸਾਹਮਣੇ 88 ਜਦੋਂ ਫ੍ਰੀ ਚੱਲੇ ਨਾ ਦੁਨੀਆ ਤੇ, ਫ੍ਰੀ ਟ੍ਰੇਡ, ਉਦੋਂ ਬਾਅਦ ਤਾਂ ਫਿਰ ਕਾਰਪੋਰੇਸ਼ਨਾਂ ਨੇ ਹੁੰਜਾ ਹੀ ਮਾਰਤਾ ਨਾ ਪੈਸਾ ਇਕੱਠਾ ਕਰਨ ਦਾ। ਬਿਲਕੁਲ। ਸੋ ਇਹ ਗੱਲਾਂ ਨੇ ਬੜੀਆਂ ਕਹਿ ਸਕਦੇ ਆ ਕਿ ਦਿਲ ਦਿਖਾਉਣ ਵਾਲੀਆਂ ਤੇ ਕੰਨ ਖੋਲਣ ਵਾਲੀਆਂ। ਕੰਨ ਕਿਹਦੇ ਖੁੱਲਦੇ ਆ ਕਿਹਦੇ ਨਹੀਂ ਖੁੱਲਦੇ ਇਹ ਮੈਨੂੰ ਪੱਕਾ ਤਾਂ ਨਹੀਂ ਪਤਾ, ਪਰ ਮੈਨੂੰ ਲੱਗਦਾ ਹੈ ਕਿ ਵੇਲਾ ਆ ਗਿਆ ਕਿ ਹੁਣ ਚੰਗੀ ਤਰ੍ਹਾਂ ਕੰਨ ਖੋਲ੍ਹੀਏ। ਅਸੀਂ ਚਾਹੇ ਪੂੰਜੀਵਾਦੀ ਮੁਲਕ ਦੇ ਵਿੱਚ ਬੈਠੇ ਹਾਂ, ਚਾਹੇ ਅਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਬੈਠੇ ਹੋਏ ਹਾਂ, ਕਿ ਕਿੱਥੇ ਤੇ ਕਿਹਦਾ ਘਾਣ ਹੋ ਰਿਹਾ। ਸੋ ਗੱਲਬਾਤ ਅਸੀਂ ਇਸ ਵਿਸ਼ੇ ਦੇ ਉੱਪਰ ਕਰ ਰਹੇ ਹਾਂ, ਇਹ ਗੱਲਬਾਤ ਸਾਡੀ ਜਾਰੀ ਰਹੇਗੀ। ਲੈਣੇ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਇਸੇ ਹੀ ਵਿਸ਼ੇ ਦੇ ਉੱਪਰ ਅੱਗੇ ਗੱਲ ਤੋਰਾਂਗੇ। ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ। ਇਸ ਵੇਲੇ ਤੁਸੀਂ ਸ਼ਾਮਲ ਹੋ ਪ੍ਰੋਗਰਾਮ ਗੱਲਬਾਤ ਦੇ ਵਿੱਚ, ਤੇ ਗੱਲਬਾਤ ਸਾਡੇ ਨਾਲ ਕਰ ਰਹੇ ਨੇ ਹਰੀਪਾਲ ਜੀ। ਤੇ ਗੱਲਬਾਤ ਅਸੀਂ ਕਰ ਰਹੇ ਹਾਂ ਇੱਕ ਬਹੁਤ ਹੀ ਅਹਿਮ ਪਹਿਲੂ ਤੇ, ਪੂੰਜੀਵਾਦ ਤੇ, ਕੈਪੀਟਲਿਜ਼ਮ ਤੇ। ਸੋਸ਼ਲਿਜ਼ਮ ਕੀ ਹੈ? ਤਨਖਾਹਾਂ ਵੱਧ ਰਹੀਆਂ ਨੇ, ਲੋੜਾਂ ਹੋਰ ਵੱਧ ਰਹੀਆਂ ਨੇ, ਦੌੜ ਹੈ, ਕਾਰਾਂ ਸਾਡੇ ਕੋਲ ਨੇ, ਘਰ ਸਾਡੇ ਕੋਲ ਨੇ, ਪਰ ਸਿਰ ਤੇ ਇੰਨਾ ਕਰਜ਼ਾ ਚੜਿਆ ਰਾਤ ਨੂੰ ਨੀਂਦਰ ਨਹੀਂ ਆਉਂਦੀ। 2-2 ਨੌਕਰੀਆਂ ਕਰ ਰਹੇ ਆ, ਸਾਰਾ ਟੱਬਰ ਨੌਕਰੀਆਂ ਨੂੰ ਭੱਜ ਰਿਹਾ ਹੈ। ਬਜ਼ੁਰਗ ਆਏ ਨੇ, ਉਹਨਾਂ ਨੂੰ ਅਸੀਂ ਕਲੀਨ ਅਪ ਤੇ ਲਾ ਦਿੰਦੇ ਆ, ਸਰਦਾ ਨਹੀਂ। ਹਰੀਪਾਲ ਜੀ, ਕਿਉਂ ਨਹੀਂ ਸਰਦਾ? ਕਿਉਂ ਕਾਰਪੋਰੇਟ ਦੀ ਐਡੀ ਜ਼ਿਆਦਾ ਗ੍ਰੀਡ ਹੋ ਗਈ ਹੈ ਕਿ ਉਹ ਲੋਕਾਂ ਨੂੰ ਸਾਹ ਸੌਖਾ ਨਹੀਂ ਲੈਣ ਦਿੰਦੀ? ਹਾਂ, ਉਹੀ ਜਿੱਦਾਂ ਹੁਣ ਕਾਰਪੋਰੇਸ਼ਨਾਂ ਨੇ, ਹੁਣ ਤੁਸੀਂ ਦੇਖੋ ਐਮਾਜ਼ੋਨ ਵਾਲਾ 10 ਸਾਲ ਪਹਿਲਾਂ ਕਿੱਥੇ ਸੀਗਾ, ਅੱਜ ਕਿੱਥੇ ਆ? ਜਦੋਂ ਇਹਨਾਂ ਕੋਲੇ ਪੈਸਾ ਆਉਂਦਾ ਨਾਲ ਹੀ ਪਾਵਰ ਆਉਂਦੀ ਆ। ਜਿੰਨੇ ਪੋਲੀਟੀਕਲ ਦੁਨੀਆ ਦੇ ਜਿੰਨੇ ਪੋਲੀਟੀਕਲ ਲੀਡਰ ਨੇ ਸਭ ਇਹਨਾਂ ਦੇ ਪਾਪਟ ਨੇ, ਚਾਹੇ ਉਹ ਸਾਡੇ ਵਾਲੇ ਹੋਣ, ਚਾਹੇ ਅਮਰੀਕਾ ਵਾਲੇ ਹੋਣ, ਚਾਹੇ ਇੰਡੀਆ ਵਾਲੇ ਹੋਣ। ਹੁਣ ਕਾਰਪੋਰੇਸ਼ਨਾਂ ਨੇ ਤਾਂ ਆਪਦਾ ਪੈਸਾ ਬਣਾਉਣਾ ਹੀ ਬਣਾਉਣਾ। ਟੈਕਸ ਇਹਨਾਂ ਨੇ ਬਿਲਕੁਲ ਨਹੀਂ ਦੇਣਾ, ਇਹਨਾਂ ਨੇ ਸਾਰਾ ਪੈਸਾ ਚੱਕ ਕੇ ਟੈਕਸ ਸੇਵ ਨੂੰ ਸਿੱਟ ਦੇਣਾ, ਫਿਰ ਉੱਥੋਂ ਸਲੋਲੀ ਲੈ ਆਉਣਾ। 25-25, 30 ਕੰਪਨੀਆਂ ਇੱਕ ਅਮੀਰ ਬੰਦੇ ਨੇ ਗਾਹ ਦੀਆਂ ਬਣਾਈਆਂ ਹੋਈਆਂ। ਉੱਥੋਂ ਈਵਨ ਟੋਨੀ ਬਲੇਅਰ ਵਰਗੇ, ਇਮਰਾਨ ਖਾਨ ਵਰਗੇ, ਅਮਿਤਾਭ ਬੱਚਨ ਵਰਗੇ, ਸਾਡੇ ਅੰਬਾਨੀ ਅਡਾਨੀ ਵਰਗੇ ਸਾਰੇ ਲੋਕ ਅਸੀਂ ਤਾਂ ਹੀ ਔਖੇ ਆ, ਸਾਡੇ ਲੋਕ ਤਾਂ ਹੀ ਗਰੀਬ ਨੇ। ਇਹੀ ਕਾਰਨ ਆ ਕਿ ਦੁਨੀਆ ਦਾ 27-28 ਹਜ਼ਾਰ ਬੰਦੇ ਹਰ ਰੋਜ਼ ਭੁੱਖ ਨਾਲ ਮਰ ਜਾਂਦੇ ਆ, ਤੇ ਕਿੰਨੇ ਮੁਲਕਾਂ 'ਚ ਤੀਵੀਆਂ ਆਪਦਾ ਸਰੀਰ ਵੇਚ ਕੇ ਬੱਚਿਆਂ ਨੂੰ ਰੋਟੀ ਅੱਗੇ ਕਰਦੀਆਂ ਉਹਨਾਂ ਦੇ। ਇਹਦਾ ਮਤਲਬ ਕਿ ਕਾਰਪੋਰੇਟ ਵਰਲਡ ਜਿਹੜੀ ਹੈ ਉਹ ਲੋਕਾਂ ਨੂੰ ਇੰਨਾ ਤੰਗ ਕਰ ਰਹੀ ਹੈ ਤੇ ਆਪਣਾ ਲਾਲਚ ਜਿਹੜਾ ਉਹਨੂੰ ਭਰ ਰਹੀ ਹੈ। ਤੇ ਮੈਂ ਹੁਣ ਤੁਹਾਡੇ ਨਾਲ ਥੋੜੀ ਜਿਹੀ ਇੱਕ ਹੋਰ ਗੱਲ ਕਰਨਾ ਚਾਹੁੰਦੀ ਹਾਂ ਕਿ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਹੈ ਕਿ ਆਪਣੇ ਟੈਂਪਰੇਰੀ ਫੋਰਨ ਵਰਕਰਸ ਜਿਹੜੇ ਨੇ, ਇਹਨਾਂ ਨੂੰ ਬੜੀਆਂ ਸਕੀਮਾਂ ਬਣਦੀਆਂ ਨੇ, ਇਹਨਾਂ ਨੂੰ ਬੁਲਾ ਰਹੇ ਨੇ। ਸਟੂਡੈਂਟਸ ਜਿਹੜੇ ਨੇ ਉਹ ਸਾਡੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਆ ਰਹੇ ਨੇ। ਤੁਹਾਡੀ ਇਹਦੇ ਬਾਰੇ ਕੀ ਪ੍ਰਤੀਕਿਰਿਆ ਹੈ ਜਾਂ ਕੀ ਰਾਏ ਹੈ ਕਿ ਕੀ ਇਹਨਾਂ ਦਾ ਆਉਣਾ ਜਿਹੜਾ ਉਹ ਆਉਣ ਵਾਲਿਆਂ ਲਈ ਸੁਭਾਗ ਗੱਲ ਹੈ ਕਿ ਜਾਂ ਕੈਨੇਡਾ ਲਈ ਸੁਭਾਗ ਗੱਲ ਹੈ? ਦੇਖੋ, ਕੈਨੇਡਾ 'ਚੋਂ ਪੈਸੇ ਬਣਾ ਰਿਹਾ ਇੱਕ ਅਮੀਰ ਆ, ਇੱਕ ਗਰੀਬ ਮੁਲਕ ਨੂੰ ਲੁੱਟ ਰਿਹਾ। ਜੇ ਕੈਨੇਡਾ ਨੂੰ ਇਮੀਗ੍ਰੈਂਟਾਂ ਦੀ ਲੋੜ ਆ, ਵਾਈ ਨਾਟ ਉਹਨਾਂ ਨੂੰ ਇਮੀਗ੍ਰੈਂਟ ਲਵੇ। ਜਦੋਂ ਸਟੂਡੈਂਟ ਆਉਂਦੇ ਆ ਉਹ 3 ਗੁਣਾ ਫੀਸਾਂ ਭਰਦੇ ਆ, ਉਹ ਬੇਸਮੈਂਟਾਂ 'ਚ ਰਹਿੰਦੇ ਆ, ਦੁੱਗਣਾ ਤਿੱਗਣਾ ਕਿਰਾਇਆ ਦਿੰਦੇ ਆ। ਜਦੋਂ ਉਹ ਕੰਮ ਤੇ ਲੱਗਦੇ ਆ
ਉਹਨਾਂ ਨੂੰ $15 ਦੀ ਜਗ੍ਹਾ ਤੇ ਮੈਂ ਕਈ ਦੇਖਦਾ $7 ਮਿਲਦਾ, ਕਈ ਵਾਰੀ 7 ਵੀ ਨਹੀਂ ਮਿਲਦੇ। ਰੈਸਟੋਰੈਂਟ ਤੇ 5 ਦਿੰਦੇ ਨੇ, ਰੈਸਟੋਰੈਂਟ 5 ਦਿੰਦੇ ਆ। ਤੇ ਤੁਸੀਂ ਇਹ ਦੇਖੋ ਜੇ ਰੈਸਟੋਰੈਂਟ ਇੱਕ ਰੈਸਟੋਰੈਂਟ ਅੱਜ ਖੁੱਲਿਆ ਤੇ 2-3 ਸਾਲਾਂ 'ਚ 2-3 ਰੈਸਟੋਰੈਂਟ ਉਹਨਾਂ ਦੇ ਬਣ ਜਾਂਦੇ ਆ। ਉਹ ਪੈਸਾ ਜਿਹੜੇ ਪ੍ਰੋਫਿਟ ਕਿੱਥੋਂ ਆਉਂਦਾ? ਅਨਪੇਡ ਲੇਬਰ ਤੋਂ। ਲੇਬਰ ਨੂੰ ਪੈਸਾ ਨਹੀਂ ਦੇਣਾ। ਨਾਲੇ ਕੈਨੇਡਾ ਗਵਰਨਮੈਂਟ ਦੇ ਨੱਕ ਥੱਲੇ ਹੋ ਰਿਹਾ। ਕੈਨੇਡਾ ਗਵਰਨਮੈਂਟ ਨੂੰ ਰੋਕ ਸਕਦੀ ਹੈ ਪਰ ਨਹੀਂ, ਇਹਨਾਂ ਨੂੰ ਨਹੀਂ ਪਰਵਾਹ। 4-4 ਕਮਰਿਆਂ ਦੇ ਲੋਕਾਂ ਨੇ ਕਾਲਜ ਖੁੱਲੇ ਹੋਏ ਆ, 3-3 ਗੁਣਾ ਫੀਸਾਂ ਲਈ ਜਾਂਦੇ ਆ, ਰਾਈਟ। ਜਦੋਂ ਕੋਈ ਨਾ ਨਹੀਂ ਕਰਦਾ ਵੀ ਮੈਨੂੰ ਪੈਸਾ ਆਉਂਦਾ, ਚਾਹੇ ਗਲਤ ਤਰੀਕੇ ਨਾਲ ਆਈ ਜਾਂਦਾ। ਇਹ ਵੱਡਾ ਸਟੂਡੈਂਟ ਲੁੱਟ ਹੋ ਰਹੀ ਹੈ। ਅੱਛਾ ਹੁਣ ਇਹ ਕਹਿੰਦੇ ਸਾਨੂੰ 20,000 ਟਰੱਕ ਡਰਾਈਵਰ ਚਾਹੀਦਾ, ਉੱਥੇ ਫੇਰ ਇਹੀ ਕੰਮ ਚੱਲਣਾ, ਰਾਈਟ। ਟਰੱਕ ਡਰਾਈਵਰ ਆਉਣਗੇ, ਹੁਣ ਅਗਲੇ LMO ਵਗੈਰਾ ਉਹ ਵੇਚ ਕੇ ਸਟੂਡੈਂਟ ਉਹ 50,000 ਉਹ ਤੇ ਲਾਉਂਦੇ ਆ ਵਿਚਾਰੇ। ਇਹ ਜਿਹੜਾ ਇੰਨਾ ਕੁਝ ਹੋ ਰਿਹਾ ਇੱਥੇ, ਤੇ ਜਿਹੜੇ ਤੁਸੀਂ ਇੱਥੇ 48 ਸਾਲਾਂ ਦੇ 40 ਸਾਲਾਂ ਦੇ ਬੈਠੇ ਹੋਏ ਹੋ, ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਕਿਸਮ ਦੀ ਕੋਈ ਮੂਵਮੈਂਟ ਚੱਲਣੀ ਚਾਹੀਦੀ ਹੈ ਜਿਹਦੇ ਨਾਲ ਆਪਾਂ ਅਵੇਅਰ ਕਰ ਸਕੀਏ, ਚੇਤਨ ਕਰ ਸਕੀਏ ਲੋਕਾਂ ਨੂੰ ਬਈ ਇੱਥੇ ਵੀ ਉਹੋ ਜਿਹੀ ਲੁੱਟ ਹੈ ਤੇ ਉਹ ਵੱਧ ਰਹੀ ਹੈ? ਬਿਲਕੁਲ ਬਿਲਕੁਲ। ਜੇ ਅਸੀਂ ਲੋਕ ਚੇਤਨ ਹੋਈਏ ਨਾ, ਅਸੀਂ ਇੱਕ ਤਾਂ ਆਪਦੇ ਚੱਕਰਾਂ 'ਚ ਪਏ ਹੋਏ, ਆਪਦੇ ਸਰਕਲਾਂ 'ਚੋਂ ਨਹੀਂ ਨਿਕਲਦੇ। ਜੇ ਅਸੀਂ ਸਾਰੇ ਲੋਕ ਚੇਤਨ ਹੋਈਏ, ਜਿੱਦਾਂ ਹੁਣ ਜੇ 1% ਅਮੀਰਾਂ ਤੇ ਟੈਕਸ ਵਧਾ ਦਿੱਤਾ ਜਾਵੇ, ਉਹ ਵੀ ਉਹਨਾਂ ਤੇ ਜਿਨ੍ਹਾਂ ਦੇ 20 ਮਿਲੀਅਨ ਐਸੈਟ ਨੇ, ਉਹਨਾਂ ਤੇ 1% ਟੈਕਸ ਵਧਾ ਦਿੱਤੇ, ਸਾਨੂੰ $10 ਬਿਲੀਅਨ ਸਾਲ ਦਾ ਮਿਲਦਾ। ਸਾਡੀ ਗੌਰਮੈਂਟ ਦੇ ਕਿੰਨੇ ਮਸਲੇ ਹੱਲ ਹੁੰਦੇ ਆ। ਪਰ ਜਦੋਂ ਪਾਰਲੀਮੈਂਟ 'ਚ ਮਤਾ ਆਉਂਦਾ ਵੀ 1% ਟੈਕਸ ਵਧਾਉਣ ਦਾ, ਤਾਂ ਉੱਥੇ NDP ਦੇ ਮਤੇ ਨੂੰ ਉੱਥੇ ਲਿਬਰਲ ਪਾਰਟੀ ਤੇ ਬਲਾਕ ਕੇਵਕਾ ਇਕੱਠੀਆਂ ਹੋ ਕੇ NDP ਦੇ ਮਤੇ ਨੂੰ ਲਾ ਕੇ ਮਾਰਦੀਆਂ ਨੇ, ਰਾਈਟ। ਹਮੇਸ਼ਾ ਹੀ ਜਦੋਂ ਵੀ, ਕਿਉਂਕਿ ਇਹਨਾਂ ਨੂੰ ਜਿਹੜੇ ਅਮੀਰ ਨੇ, ਜਿਹੜੇ ਇਲੈਕਸ਼ਨ ਲੜਦੇ ਆ ਜਾਂ MP ਨੇ ਜਾਂ MLA ਨੇ, ਇਹਨਾਂ ਨੂੰ ਫੰਡ ਕੌਣ ਕਰਦੀਆਂ? ਕਾਰਪੋਰੇਸ਼ਨਾਂ, ਰਾਈਟ। ਇਸ ਕਰਕੇ ਤਾਂ ਉਹਨਾਂ ਦਾ ਸੋਚਣਾ, ਆਪਣਾ ਤਾਂ ਸੋਚਣਾ ਨਹੀਂ ਇਹਨਾਂ ਨੇ। ਇੱਕ ਮੈਂ ਥੋੜੀ ਜਿਹੀ ਕੈਨੇਡਾ ਦੇ ਇਲੈਕਸ਼ਨ ਸਿਸਟਮ ਤੇ ਗੱਲ ਕਰਨਾ ਚਾਹੁੰਦੀ, ਚੋਣ ਪ੍ਰਣਾਲੀ ਤੇ ਗੱਲ ਕਰਨਾ ਚਾਹੁੰਦੀ ਹਾਂ। ਅਸੀਂ ਕਹਿੰਦੇ ਹਾਂ ਕਿ ਕੈਨੇਡਾ ਦੀ ਅਸੀਂ ਵੋਟਾਂ ਵੀ ਬੜੇ ਚਾਅ ਨਾਲ ਪਾਉਂਦੇ ਹਾਂ, ਸਿਟੀਜ਼ਨ ਬਣਦੇ ਹਾਂ। ਮੈਨੂੰ ਵੀ ਬੜਾ ਚਾਅ ਸੀ ਕਿ ਮੈਂ ਵੋਟ ਪਾਉਣ ਜਾਣਾ। ਤੁਹਾਡੇ ਅਨੁਸਾਰ ਕੈਨੇਡਾ ਦੀ ਜਿਹੜੀ ਚੋਣ ਪ੍ਰਣਾਲੀ ਆ, ਇਹ ਕਿੰਨੀ ਕੁ ਸਹੀ ਆ? ਕੀ ਇਹਦੇ ਨਾਲ ਜਿਹੜੇ ਅਸੀਂ ਨੁਮਾਇੰਦੇ ਚੁਣਦੇ ਆ ਉਹ ਬਿਲਕੁਲ ਕਹਿ ਲਓ ਕੌਮ ਹਤੈਸ਼ੀ ਹੁੰਦੇ ਆ, ਲੋਕਾਂ ਦਾ ਭਲਾ ਸੋਚਣ ਵਾਲੇ ਹੁੰਦੇ ਆ ਜਾਂ ਨਹੀਂ? ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਨਾ, ਜਿਹੜੇ ਹੁਣ ਚੋਣ ਲੜਨ ਲਈ ਪੈਸਾ ਚਾਹੀਦਾ, ਤੇ ਪੈਸਾ ਕਿਹਨਾਂ ਕੋਲੇ ਆ? ਕਾਰਪੋਰੇਸ਼ਨਾਂ ਕੋਲੇ। ਉਹਨਾਂ ਤੋਂ ਪੈਸਾ ਲੈ ਕੇ ਚੋਣ ਲੜਦੇ ਆ ਇਹ ਲੋਕ। ਫਿਰ ਜਿਹੜੇ ਹੁਣ ਮੋਸਟਲੀ ਜਿਹੜੇ ਸਾਡੇ ਲੋਕ ਚੋਣ ਲੜਦੇ ਆ, ਉਹ ਜਿਹੜੀ ਪੌਣੇ 2 ਲੱਖ ਜਾਂ 2 ਲੱਖ MP ਜਾਂ MLA ਸਾਲਾਨਾ ਮਿਲਦਾ, ਉਹ ਸਿਰਫ ਉਹਦੀ ਖਾਤਰ ਜਾਂਦੇ ਆ। ਅਸੀਂ ਗਿੱਧਾ ਪਾਉਂਦੇ, ਸਾਡੇ 12 MP ਬਣ ਗਏ, ਪਰ 12 MPਆਂ ਨੇ ਆਮ ਲੋਕਾਂ ਨੇ ਕੀ ਕੀਤਾ? ਕੁਛ ਵੀ ਨਹੀਂ। ਸੋ ਸਾਡਾ ਸਾਨੂੰ ਜਿਹੜਾ ਵੋਟ ਪਾਉਣ ਦਾ ਨਜ਼ਰੀਆ ਨਾ, ਜਦੋਂ ਅਸੀਂ ਵੋਟ ਪਾਉਂਦੇ ਆ, ਅਸੀਂ ਇਹ ਨਾ ਦੇਖੀਏ ਵੀ ਪੰਜਾਬੀ ਖੜਾ, ਸਿੱਖ ਖੜਾ, ਹਿੰਦੂ ਖੜਾ, ਅਸੀਂ ਇਹ ਦੇਖੀਏ ਵੀ ਇਹ ਬੰਦਾ ਕਾਬਲ ਹੈ। ਅੰਜਲਾ ਮਾਰਕਰ ਜਰਮਨੀ ਦੀ ਉਹ ਜਿਹੜੀ ਹੈਗੀ ਸੀਗੀ ਚਾਂਸਲਰ, ਉਹ ਰਿਟਾਇਰ ਹੁੰਦੀ ਆ, ਉਹਦੇ ਕੋਲ ਕੁਝ ਵੀ ਨਹੀਂ ਹੈ, ਸਿੰਪਲ ਜਿਹਾ ਘਰ, ਸਿੰਪਲ ਜੀ ਕਾਰ। 16 ਸਾਲ ਹੋ ਰਹੀ ਹੈ ਚਾਂਸਲਰ। ਪਰ ਸਾਡੇ ਤਾਂ ਇੱਕ MLA ਮਾਨ ਨਹੀਂ ਹੈਗਾ ਇੰਡੀਆ ਦੇ ਵਿੱਚ। ਹਲੇ ਕੈਨੇਡਾ 'ਚ ਥੋੜ੍ਹਾ ਜਿਹਾ ਫਰਕ ਆ, ਪਰ ਇੱਥੇ ਵੀ ਜਿਹੜੀ MLA MP ਬਣਨ ਦੀਆਂ ਜਾਂ ਕਾਉਂਸਲਰ ਬਣਨ ਦੀ ਦੌੜ ਆ ਨਾ, ਉਹ ਬਹੁਤੀ ਪੈਸੇ ਤੱਕ ਹੀ ਆ। ਤੁਸੀਂ ਐਵਰੇਜ ਕੈਨੇਡੀਅਨ ਵਰਕਰ ਦੀ ਪੇ 60,000, ਤੁਹਾਡੇ ਜੇ ਰੀਅਲੀ ਲੋਕ ਸੇਵਾ ਦਾ ਕੀੜਾ, ਤੁਸੀਂ 60,000 ਲਵੋ, MP ਬਣੋ, MLA ਬਣੋ, ਕੰਮ ਕਰੋ ਲੋਕਾਂ ਦੇ। ਉਹ ਚੀਜ਼ ਨਹੀਂ ਹੈਗੀ। ਹੁਣੇ ਆਪਣੇ ਪਿੱਛੇ ਚੋਣਾਂ ਲੰਘੀਆਂ ਵਾ, ਤੁਸੀਂ 48 ਤੇ ਕਹੋ 40 ਸਾਲ ਤੋਂ ਤਾਂ ਵੋਟਾਂ ਪਾ ਹੀ ਰਹੇ ਹੋ। ਤੁਹਾਨੂੰ ਲੱਗਦਾ ਹੈ ਕਿ ਇਸ ਪ੍ਰਣਾਲੀ ਦੇ ਵਿੱਚ, ਖਾਸ ਤੌਰ ਤੇ ਚਲੋ ਆਪਣੇ ਭਾਈਚਾਰੇ ਦੀ ਅਸੀਂ ਗੱਲ ਕਰਦੇ, ਸਾਊਥ ਏਸ਼ੀਅਨਸ ਦੀ ਗੱਲ ਕਰਦੇ ਹਾਂ, ਬਾਕੀਆਂ ਨੂੰ ਅਸੀਂ ਛੱਡ ਦਿੰਦੇ, ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਚੋਣਾਂ ਪ੍ਰਤੀ ਕਿੰਨਾ ਕੁ ਕਹਿ ਲਓ ਕਿ ਉਹਨਾਂ ਦਾ ਹੋਇਆ ਕਿ ਅਸੀਂ ਚੋਣਾਂ ਦੇ ਵਿੱਚ ਭਾਗ ਲਈਏ, ਅਸੀਂ ਖੜੇ ਹੋਈਏ, ਅਸੀਂ ਇਸ ਸਿਸਟਮ ਦਾ ਹਿੱਸਾ ਬਣੀਏ? ਕੀ ਉਹ ਵਧਿਆ? ਕਿੰਨਾ ਕੁ ਵਧਿਆ? ਉਹ ਫਿਰ ਉਹੀ ਵਧਿਆ ਨਾ, ਜਿੱਦਾਂ ਹੁਣ ਜਿਹੜੀ ਇੱਕ MLA ਆ ਜਾਂ MP ਆ 1,75,000 ਲੈਂਦਾ, ਨਾਲ ਬੈਨੀਫਿਟ ਲੈਂਦਾ, ਉਸ ਨੂੰ ਜਾਂਦੇ ਆ, ਰਾਈਟ। ਦੂਜੀ ਗੱਲ ਜਿਹੜੀ ਸਾਡੇ ਲੋਕਾਂ ਦੀ ਵੋਟਾਂ ਪਾਉਣ ਦੀ ਉਹ ਆਦਤ ਆ, ਉਹ ਉਹੀ ਹੈ ਵੀ ਆਪਣਾ ਬੰਦਾ ਖੜਾ, ਅਸੀਂ ਉਹਨੂੰ ਵੋਟ ਪਾਉਣੀ ਆ। ਤੁਸੀਂ ਜਦੋਂ ਪਹਿਲਾਂ BC ਦੇ ਵਿੱਚ 2-4 MLA ਜਿੱਤੇ ਸੀ, ਬੜੇ ਖੁਸ਼ ਹੋਏ ਸੀ, ਪਰ ਜਦੋਂ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਤਾਂ ਕੋਈ ਕੁਛ ਵੀ ਨਹੀਂ ਨਿਕਲਿਆ ਉਹਨਾਂ ਚੋਂ। ਹੁਣ ਸਾਡੇ ਇੱਥੇ ਇੱਕ ਵਾਰੀ ਮੈਂ Facebook ਤੇ ਪੋਸਟ ਪਾਈ, ਮੈਂ ਕਿਹਾ ਵੀ ਕੋਈ ਲੀਡਰ ਵੀ ਸਾਨੂੰ ਸੀਨੀਅਰ ਹੋਮ ਕੈਲਗਰੀ ਦੇ ਵਿੱਚ ਨਾਨ ਪ੍ਰੋਫਿਟ ਸੀਨੀਅਰ ਹੋਮ ਦੀ ਲੋੜ ਆ, ਕਿਸੇ ਨੇ ਵੀ ਨਾ ਉਹਨੂੰ ਲਾਈਕ ਕੀਤਾ, ਪੋਸਟ ਨਾਲ ਸ਼ੇਅਰ ਕੀਤਾ। ਹਾਲਾਂਕਿ ਮੇਰੇ ਨਾਲ ਕਿੰਨੇ ਪੋਲੀਟੀਸ਼ੀਅਨ ਨੇ, ਉਹ ਮਤਲਬ ਜਿਹੜੀ ਸਾਡੀਆਂ ਬੇਸਿਕ ਲੋੜਾਂ ਨੇ ਉਹਨਾਂ ਨੂੰ ਉਹ ਨਹੀਂ ਦਿੰਦੀਆਂ,
ਜਿਹੜੇ ਉਹਨਾਂ ਦੀ ਆਪ ਦੀ ਗਰੀਡ ਆ ਸਿਰਫ ਉਹੀ ਥੀਂਦੀ ਆ, ਉਹਦੀ ਖਾਤਰ ਚੋਣਾਂ ਲੜਦੇ। ਮੈਂ ਅਗਰ ਆਪਣੀ ਰਾਏ ਦੇਵਾਂ ਤੇ ਮੈਂ ਇੱਥੇ 2008-9 ਦੇ ਵਿੱਚ ਕਹ ਲਓ ਪੱਕੇ ਤੌਰ ਤੇ ਅਸੀਂ ਆਏ ਹਾਂ ਤੇ 3-4 ਵਾਰੀ ਚੋਣਾਂ ਜਿਹੜੀਆਂ ਨੇ ਦੇਖੀਆਂ ਨੇ ਤੇ ਮੇਰੀ ਨਿੱਜੀ ਰਾਏ ਇਹ ਮੈਂ ਵੇਖੀ ਹੈ ਕਿ ਲੋਕੀ ਚੋਣਾਂ ਦੀ ਦੌੜ ਸਾਡੀ ਭਾਈਚਾਰੇ ਦੇ ਵਿੱਚ ਜ਼ਿਆਦਾ ਵੱਧ ਰਹੀ ਅੱਗੇ ਦੇ ਨਾਲ ਵੱਧ ਰਹੀ ਹੈ। ਪਰ ਮੈਂ ਚਾਹੁੰਦੀ ਹਾਂ ਕਿ ਇਹ ਜਿਹੜੀ ਚੋਣਾਂ ਦੀ ਦੌੜ ਵੱਧ ਰਹੀ ਹੈ, ਜਿਹੜੇ ਸਾਡੇ ਉਮੀਦਵਾਰ ਚੁਣੇ ਜਾਂਦੇ ਨੇ ਉਹ ਰਿਪਰੈਜ਼ੈਂਟ ਵੀ ਸਾਨੂੰ ਕਰਨ, ਸਹੀ ਢੰਗ ਨਾਲ ਕਰਨ ਤੇ ਇਸ ਚੋਣਾਂ ਦੇ ਵੇਲੇ ਵੋਟਾਂ ਪਾਉਣ ਦਾ ਜਿਹੜਾ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਅਸੀਂ ਭਾਈਚਾਰੇ ਨੂੰ ਪਾਤੀ ਤੇ ਇੱਕ ਪ੍ਰਚਲਨ ਹੋਰ ਵੀ ਹੈਗਾ ਕਿ ਜਿਹਨੂੰ ਬਹੁਤ ਸਾਰੇ ਲੋਕੀ ਪੁਆਇੰਟ ਆਊਟ ਕਰਦੇ ਆ ਵੀ ਇੱਥੇ ਸ਼ਰਾਬ ਪੀਣ ਦਾ ਕਲਚਰ ਵੀ ਚੱਲ ਰਿਹਾ। ਤੁਹਾਡੀ ਉਹਦੇ ਬਾਰੇ ਕੀ ਰਾਏ ਹੈ? ਉਹ ਪਹਿਲਾਂ ਜਦੋਂ ਦੇਖੋ ਮੈਂ ਕੈਨੇਡਾ ਪਹਿਲਾਂ ਵੀ ਹੁੰਦਾ ਸੀ ਕਿ ਮੈਂ ਪਹਿਲੀ ਵਾਰੀ ਵੇਖਿਆ ਸੀ ਇੱਥੇ ਸ਼ੋਰੀ ਹੁਣੀ MP ਬਣੇ ਜਦੋਂ ਉਹਨਾਂ ਨੂੰ ਮੈਂ ਉਹਨਾਂ ਦੀ ਚੋਣ ਹੁੰਦੀ ਵੇਖੀ ਸੀ। ਉਸ ਤੋਂ ਬਾਅਦ ਮੈਂ ਵੇਖੀ ਇਹਨਾਂ ਦੀ ਕੰਗ ਹੋਣਾ ਦੀ ਇੱਕ ਵਾਰੀ ਵੇਖੀ ਤੇ ਉਸ ਤੋਂ ਬਾਅਦ ਹੁਣ ਜਿਹੜੀਆਂ ਵੇਖੀਆਂ ਸੀਗੀਆਂ ਪਿੱਛੇ ਚੋਣਾਂ ਜਦੋਂ ਆਪਣੀ ਰਾਜਨ ਜਿਹੜੀ ਉਹ ਜਿੱਤੀ ਹੈ ਉਹ ਵਾਲੀਆਂ ਚੋਣਾਂ ਦੇਖੀਆਂ। ਹੁਣ ਮੈਂ ਦੇਖੀਆਂ ਨੇ ਜਿਹੜੀਆਂ ਕੌਂਸਲ ਦੀਆਂ ਹੋਈਆਂ ਤੇ ਹੌਲੀ ਹੌਲੀ ਇਹ ਗੱਲ ਜ਼ਿਆਦਾ ਉੱਭਰ ਕੇ ਆਉਂਦੀ ਹੈ ਵੀ ਸ਼ਰਾਬਾਂ ਪੀ ਕੇ ਵੋਟਾਂ ਪਾਉਂਦੇ ਨੇ ਜਾਂ ਚੋਣ ਉਧਰੋਂ ਜਿੱਤੀ ਹੈ ਤੇ ਭੰਗੜਾ ਪੈ ਰਿਹਾ ਤੇ ਫਿਰ ਰਾਤ ਦਾ ਭੋਜ ਜਿਹੜਾ ਉਹ ਕਿਹੋ ਜਿਹਾ ਹੋਏਗਾ ਉਹ ਦੇਖੋ। ਇਹਦੇ ਬਾਰੇ ਕੀ ਰਾਏ ਆ? ਇਹ ਆਪਾਂ ਕਿੱਧਰ ਜਾ ਰਹੇ? ਇਹ ਦੇਖੋ ਜਦੋਂ ਜੇ ਹੁਣ ਮੈਂ ਨਾਰਥ 'ਚ ਰਹਿੰਦਾ ਸੀ ਨਾ ਪਹਿਲਾਂ 21-22 ਸਾਲ ਮੈਂ ਉੱਥੇ ਰਿਹਾ। ਸਾਡੇ ਉੱਥੇ ਇੱਕ ਦੋ ਫਰੈਂਕ ਓਵਰਲੀ ਜਾਂ ਉਹ ਵੋਟਾਂ 'ਚ ਖੜ੍ਹਦੇ, ਉੱਥੇ ਮੈਂ ਕਦੇ ਆਹ ਚੀਜ਼ ਨਹੀਂ ਸੀ ਦੇਖੀ ਬਈ ਮੁਰਗੇ ਪਏ ਆ, ਸ਼ਰਾਬ ਪਈ ਆ, ਈਵਨ ਕੌਫੀ ਵੀ ਨਹੀਂ ਸੀ। ਜੇ ਫਰੈਂਕ ਓਵਰਲੀ ਨੇ ਆਉਣਾ ਉਹਨਾਂ ਨੇ ਇੱਕ ਕੌਫੀ ਦਾ ਢੋਲ ਜਿਹਾ ਬਾਹਰ ਧਰ ਦੇਣਾ, ਜੇ ਕਿਸੇ ਨੇ ਪੀਣੀ ਹੈ ਨਹੀਂ ਤਾਂ ਤੁਸੀਂ ਚੇਅਰ ਤੇ ਬਹਿ ਜਾਓ, ਉਹਦੀਆਂ ਗੱਲਾਂ ਮਤਾਂ ਸੁਣ ਲਓ ਜੋ ਪ੍ਰੋਮਿਸ ਕਰਦਾ ਸੀ। ਪਰ ਜਿਉਂ-ਜਿਉਂ ਸਾਡੇ ਲੋਕ ਵਧੀ ਗਏ ਨਾ ਅਸੀਂ ਇੰਡੀਆ ਵਾਲੀਆਂ ਉਹ ਚੀਜ਼ਾਂ ਨਾਲ ਹੀ ਲੈ ਆਏ। ਅਸੀਂ ਇੱਥੇ ਹੁਣ ਤੁਸੀਂ ਦੇਖੋ ਵੀ ਜਦੋਂ ਚੋਣਾਂ ਹੁੰਦੀਆਂ ਨੇ ਸ਼ਰਾਬਾਂ ਉੜਦੀਆਂ ਨੇ, ਮੁਰਗੀਆਂ ਦੀ ਸ਼ਾਮਤ ਆ ਜਾਂਦੀ ਆ ਕਿਉਂਕਿ ਸਾਡਾ ਹੁੰਦਾ ਵੀ ਚਲੋ ਜੇ 50,000 ਖਰਚ ਵੀ ਦੇਵਾਂਗੇ ਨਾ ਸਾਲ ਦਾ 2.5-2 ਲੱਖ ਤਾਂ ਵੱਟ ਤੇ ਪਿਆ ਨਾ ਜੀ ਸਾਡੇ। ਅਸੀਂ ਇਹਨੂੰ ਐ ਨਹੀਂ ਸੋਚਦੇ ਵੀ ਅਸੀਂ ਲੋਕਾਂ ਦੀ ਸੇਵਾ ਕਰਨੀ MLA MP ਬਣ ਕੇ, ਨਹੀਂ ਅਸੀਂ ਤਾਂ ਸੋਚਦੇ ਹਾਂ ਅਸੀਂ 2.5 ਲੱਖ ਲਵਾਂਗੇ, 1-2 ਟਰਮਾਂ ਲੱਗ ਗਈਆਂ ਸਾਡੀ ਪੈਨਸ਼ਨ ਬਣ ਜੂ ਸਾਰੀ। ਇੱਕ ਗੱਲ ਹੋਰ, ਪਹਿਲਾਂ ਜਦੋਂ ਚੋਣਾਂ ਹੋਣ ਵਾਲੀਆਂ ਹੁੰਦੀਆਂ ਜਿਹੜੇ ਵੀ ਕੈਂਡੀਡੇਟ ਨੂੰ ਫੋਨ ਕਰੋ, ਕਈਆਂ ਨੂੰ ਆਪਾਂ ਜਾਣਦੇ ਹੁੰਦੇ ਝੱਟ ਫੋਨ ਚੱਕਦੇ ਨੇ। ਹੁਣ ਚੋਣ ਖਤਮ ਹੋ ਗਈ ਹੈ, ਫੋਨ ਕਰਕੇ ਮੈਨੂੰ ਲੱਗਦਾ ਕਿ ਮੈਂ 3-4 ਵਾਰੀ ਕਿਸੇ ਨੂੰ ਫੋਨ ਕੀਤਾ, ਫੋਨ ਹੀ ਨਹੀਂ ਚੱਕਿਆ ਕਿਸੇ ਨੇ। ਜਦੋਂ ਦੇਖੋ 14 ਚੋਣਾਂ ਹੋਣੀਆਂ ਨੇ ਇਹਨਾਂ ਨੂੰ ਤੁਹਾਡੇ ਇਲਾਕੇ ਦੇ ਮੁੱਦੇ ਤੇ ਜਾਣੇ ਆ, ਉਹ ਤੁਹਾਡੇ ਸੀਨੀਅਰ ਹੋਮ ਨਹੀਂ, ਤੁਹਾਡੇ ਉਹ ਦੂਜਾ ਸਕੂਲ ਨਹੀਂ ਹੈ, ਸੀਨੀਅਰ ਨੂੰ ਤਾਂ ਗੱਲ ਹੀ ਨਹੀਂ ਕਰਦੇ। ਤੁਹਾਡੇ ਆ ਸੜਕ ਟੁੱਟੀ ਹੋਈ ਆ, ਰਾਈਟ, ਤੁਹਾਡੇ ਇੱਥੇ ਆ ਇੰਟਰਸੈਕਸ਼ਨ ਤੇ ਲਾਈਟਾਂ ਲੱਗਣ ਵਾਲੀਆਂ ਨੇ, ਉਹ ਉਦੋਂ ਹੀ ਕਿਉਂ ਚਿੱਤੇ ਆਉਂਦੀਆਂ ਨੇ, ਰਾਈਟ। ਜੇ ਹੁਣ ਜਿਹੜਾ ਹਾਰ ਜਾਂਦਾ ਉਹਨੇ ਸਾਨੂੰ ਦੱਸਣਾ ਨਹੀਂ ਹੈਗਾ 4 ਸਾਲ, ਉਹ 4 ਸਾਲਾਂ ਬਾਅਦ ਫਿਰ ਸਾਨੂੰ ਆਓ ਦੱਸਣ ਭਾਈ ਤੁਹਾਡੇ ਆਹ ਚੀਜ਼ਾਂ ਦੀ ਲੋੜ ਆ। ਤੇ ਤੁਸੀਂ ਹੁਣ ਇੱਥੇ ਰਹਿੰਦੇ ਹੋ, ਤੁਹਾਨੂੰ ਕੀ ਲੱਗਦਾ ਆਪਾਂ ਕਿਵੇਂ ਸੁਧਾਰ ਕਰ ਸਕਦੇ? ਚਲ ਕੋਈ ਮਾੜਾ ਜਿਹਾ ਇੱਕ ਨੁਕਤਾ ਦੱਸ ਦਿਓ ਕਿਉਂਕਿ ਸਾਡੇ ਸਰੋਤੇ ਸਾਡੇ ਦਰਸ਼ਕ ਜਿਹੜੇ ਨੇ ਉਹ ਸੁਣ ਰਹੇ ਨੇ, ਵੇਖ ਰਹੇ ਨੇ। ਕੋਈ ਹੈ ਇਹੋ ਜਿਹੀ ਚੀਜ਼ ਸਾਨੂੰ ਕਰਨਾ ਚਾਹੀਦਾ ਕੁਛ ਇਹਦੇ ਬਾਰੇ ਕਿ ਚੱਲਣ ਦਿਓ ਜੋ ਚੱਲੀ ਜਾਂਦਾ? ਨਹੀਂ, ਇਹਦੇ ਲਈ ਸਾਨੂੰ ਬਹੁਤ ਵੱਡੀ ਅਵੇਅਰਨੈਸ ਦੀ ਲੋੜ ਆ। ਸਾਨੂੰ ਲੋਕਾਂ ਨੂੰ ਮਤਲਬ ਇਹ ਸੋਚਣਾ ਪਊਗਾ ਅਸੀਂ 40 ਘੰਟੇ ਦੇ ਹਫ਼ਤੇ ਤੋਂ 80 ਘੰਟੇ ਦੇ ਹਫ਼ਤੇ ਤੇ ਕਿਉਂ ਆਏ ਆ, ਘੱਟੋ ਘੱਟ ਇੰਨਾ ਕੁ ਸੋਚੀਏ। ਜਦੋਂ ਕੈਨੇਡਾ ਦੇ ਵਿੱਚ ਕੋਈ ਗਨ ਕਲਚਰ ਬਾਰੇ ਜਾਂ ਰੇਸਿਜ਼ਮ ਬਾਰੇ ਕੋਈ ਮੂਵਮੈਂਟ ਖੜੀ ਹੁੰਦੀ ਆ, ਉੱਥੇ ਵੀ ਸਾਨੂੰ ਸ਼ਮੂਲੀਅਤ ਸਾਡੀ ਹੋਣੀ ਚਾਹੀਦੀ ਆ, ਰਾਈਟ। ਫਿਰ ਜਦੋਂ ਜਿਹੜੀਆਂ ਜੇ ਅਸੀਂ ਆਰਗੇਨਾਈਜ਼ ਹੋਵਾਂਗੇ, ਲੋਕਾਂ ਨੂੰ ਅਵੇਅਰ ਕਰਾਂਗੇ ਵੀ ਸਾਨੂੰ ਲੁੱਟ ਕੋਈ ਹੋ ਰਿਹਾ, ਅਸੀਂ ਤਾਂ ਐਵੇਂ ਹੀ ਆਪਸ ਵਿੱਚ ਲੜੀ ਜਾਂਦੇ ਆ, ਫਿਰ ਹੋ ਸਕਦਾ ਅਸੀਂ ਕਿਸੇ ਦਿਨ ਇਕੱਠੇ ਹੋ ਕੇ ਇਹ ਥੋੜਾ ਸਿਸਟਮ ਨੂੰ ਚੇਂਜ ਕਰ ਸਕੀਏ। ਲੋੜ ਹੈ ਸਿਸਟਮ ਨੂੰ ਚੇਂਜ ਕਰਨ ਦੀ। ਤੇ ਜਾਂਦੇ ਸਮਾਂ 3 ਮਿੰਟ ਰਹਿ ਗਿਆ ਹਰੀਪਾਲ ਜੀ, ਤੇ ਗੱਲ ਮੈਂ ਔਰਤਾਂ ਦੀ ਜ਼ਰੂਰ ਕਰਨੀ ਹੁੰਦੀ ਹੈ, ਠੀਕ ਹੈ, ਕਿਉਂਕਿ ਮੈਨੂੰ ਤੁਹਾਡਾ ਇੱਕ ਆਰਟੀਕਲ ਆਇਆ ਕਿ ਅਸੀਂ ਧੀਆਂ ਜਿਹੜੀਆਂ ਨੇ ਉਹ ਕਦੋਂ ਸਾਡੀਆਂ ਵਾਰਸ ਬਣ ਗਿਆ। ਕੈਨੇਡਾ ਦੇ ਵਿੱਚ ਔਰਤਾਂ ਦੀ, ਕੁੜੀਆਂ ਦੀ, ਧੀਆਂ ਦੀ ਕੀ ਸਥਿਤੀ ਹੈ? ਤੁਸੀਂ ਇਹਦੇ ਬਾਰੇ 2 ਮਿੰਟਾਂ ਦੇ ਵਿੱਚ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ। ਦੇਖੋ ਧੀਆਂ ਦੇ ਬਾਰੇ ਤਾਂ ਨਾ ਜਿਹੜਾ ਸਾਡੀ ਇੰਡੀਆ ਤੋਂ ਓਨਰ ਕਿਲਿੰਗ ਆ ਉਹ ਸਾਡੇ ਨਾਲ ਹੀ ਆ ਰਹੀ ਆ। ਜੇ ਸਾਡਾ ਮੁੰਡਾ ਬਾਹਰ ਜਾਂਦਾ 12-1 ਵਜੇ ਆਉਂਦਾ, ਸਾਨੂੰ ਕੋਈ ਇਤਰਾਜ਼ ਨਹੀਂ। ਸਾਡਾ ਮੁੰਡਾ ਗੋਰੀ ਨੂੰ ਜਾਂ ਕਿਸੇ ਹੋਰ ਕੁੜੀ ਨਾਲ ਗਰਲਫ੍ਰੈਂਡ ਬਣਾ ਲਈ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਸਾਡੀ ਕੁੜੀ ਨੇ ਕੋਈ ਬॉयਫ੍ਰੈਂਡ ਬਣਾ ਲਿਆ, ਅਸੀਂ ਉਹਨੂੰ ਵੱਢਣ ਤੱਕ ਵੀ ਜਾਂਦੇ ਆ। ਸਾਡੀ ਇੰਨੀ ਭੈੜੀ ਹਾਲਤ ਆ। ਤੁਸੀਂ ਦੇਖਿਆ ਕੋਈ ਸਾਡੀ ਕੁੜੀ ਸਵਿਮ ਦੇ ਵਿੱਚ ਟੌਪ ਤੇ ਆਈ ਆ? ਕਿਉਂਕਿ ਅਸੀਂ ਇੰਨੀਆਂ ਗੰਦੀਆਂ ਅੱਖਾਂ ਨੇ ਸਾਡੀਆਂ, ਅਸੀਂ ਆਪਦੀਆਂ ਧੀਆਂ ਨੂੰ ਦੇਖ ਨਹੀਂ ਸਕਦੇ ਸਵਿਮ ਸੂਟ ਦੇ ਵਿੱਚ। ਅਸੀਂ ਥੋੜੇ ਚਿਰ ਅਸੀਂ ਕੁੜੀਆਂ ਤੇ ਕਰਫਿਊ ਲਾ ਦਿੰਦੇ ਆ ਬਈ 8 ਵਜੇ ਤੋਂ ਬੇਟਾ ਤੂੰ ਘਰੇ ਹੋਣੀ ਚਾਹੀਦੀ ਆ। ਕੈਨੇਡਾ ਦੇ ਵਿੱਚ
ਘੱਟੋ ਘੱਟ 300 ਕੁੜੀ ਅਸੀਂ ਮਾਰੀ ਆ ਜਿਹੜੀ ਆਪਦੇ ਬॉयਫ੍ਰੈਂਡ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਸਾਡਾ ਇਹ ਹਾਲ ਆ। ਅੱਛਾ, ਜਿਹੜੀ ਔਰਤ ਕੰਮ ਕਰਦੀ ਹੈ, ਕਹਿੰਦੇ ਕਿ ਔਰਤ ਜਦੋਂ ਘਰੋਂ ਬਾਹਰ ਜਾਂਦੀ ਆ, ਨੌਕਰੀ ਕਰਦੀ ਹੈ, ਆਰਥਿਕ ਤੌਰ ਤੇ ਸੁਤੰਤਰ ਹੋ ਜਾਂਦੀ ਹੈ। ਤੁਹਾਡੀ ਨਿਗਾਹ ਦੇ ਵਿੱਚ ਜਿਹੜੀ ਆਰਥਿਕ ਤੌਰ ਤੇ ਸੁਤੰਤਰ ਔਰਤ ਹੈ ਉਹ ਕਿੰਨੀ ਕੁ ਅੰਪਾਵਰਡ ਹੈ ਕੈਨੇਡਾ ਦੇ ਵਿੱਚ? ਉਹਨੂੰ ਕਿੰਨਾ ਕੁ ਡਿਸੀਜਨ ਲੈਣ ਦਾ ਜਾਂ ਹੋਰ ਗੱਲਾਂ ਦਾ ਹੱਕ ਹੈਗਾ? ਨਹੀਂ, ਜਦੋਂ ਦੇਖੋ ਔਰਤਾਂ ਬਰਾਬਰ ਕੰਮ ਕਰਨ ਲੱਗ ਜਾਂਦੀਆਂ ਫਿਰ ਇਹ ਠੀਕ ਹੈ। ਰੁਤਬਾ ਫੈਮਿਲੀ 'ਚ ਵੀ ਰੁਤਬਾ ਪੈਸੇ ਨਾਲ ਹੀ ਉੱਚਾ ਹੁੰਦਾ, ਇਹ 'ਚ ਕੋਈ ਸ਼ੱਕ ਨਹੀਂ ਹੈਗੀ ਹੈ ਨਾ। ਪਰ ਜਿਹੜੀ ਸਾਡੇ 'ਚ ਮੇਨ ਪ੍ਰੋਬਲਮ ਹੈਗਾ ਨਾ, ਜਿਹੜਾ ਬੰਦੇ ਦੀ ਕੈਪਟੀਵਿਟੀ ਹੈ ਨਾ ਔਰਤ ਦੇ ਉੱਤੇ। ਕਈ ਵਾਰੀ ਮੈਂ ਇਹ ਵੀ ਦੇਖਿਆ ਵੀ ਔਰਤ ਤੇ ਬੰਦੇ ਦਾ ਡਿਵੋਰਸ ਹੋ ਗਿਆ, ਉਦੋਂ ਬਾਅਦ ਵੀ ਬੰਦੇ ਨੇ ਔਰਤ ਬਰਬਾਦੀ, ਜਾਂ ਇੰਡੀਆ ਲਿਜਾ ਕੇ ਮਰਵਾਤੀ ਜਾਂ ਕਿਤੇ ਹੋਰ ਮਰਵਾਤੀ। ਇੱਥੋਂ ਤੱਕ ਜਿਹੜੀ ਸਾਡੇ 'ਚ ਇਹ ਗੱਲ ਹੈ ਨਾ, ਜੇ ਹੁਣ ਗੋਰੇ ਆ, ਮੈਂ ਇਹਨਾਂ ਦੀ ਇੱਕ ਚੀਜ਼ ਦੇਖੀ ਆ ਬੜੀ ਵਧੀਆ, ਇਹਨਾਂ 'ਚ ਡਿਵੋਰਸ ਹੋ ਜਾਂਦਾ, ਇਹ ਬੱਚਿਆਂ ਦੀ ਖਾਤਰ ਫਿਰ ਵੀ ਇਕੱਠੇ ਹੁੰਦੇ ਆ, ਪਿਕਨਿਕ ਜਾਂਦੇ ਆ, ਹੋਲਡੇ ਚਲੇ ਜਾਂਦੇ ਆ। ਪਰ ਉਹ ਚੀਜ਼ ਸਾਡੇ 'ਚ ਹੈ ਨਹੀਂ। ਅਸੀਂ ਹਲੇ ਵੀ ਅਸੀਂ ਉਹ ਨਾ ਜਿਹੜਾ ਰੂੜੀਵਾਦੀ ਕਲਾਸ ਜੀ ਹੁੰਦੀ ਆ, ਹਲੇ ਵੀ ਅਸੀਂ ਉਹ 'ਚ ਜਿਉਂ ਰਹੇ ਆ। ਜੇ ਸਾਡੇ ਕੋਈ ਅਗਾਂਹ-ਵਧੂ ਬੰਦਾ ਗੱਲ ਵੀ ਕਰਨ ਲੱਗਦਾ ਨਾ, ਤਾਂ ਉਹ ਤੇ ਬੜੀਆਂ ਉਂਗਲਾਂ ਉੱਠਦੀਆਂ ਨੇ। ਲਾ ਇਹਦੀ ਕੁੜੀ ਨੇ ਗੋਰੇ ਨਾਲ ਵਿਆਹ ਕਰਾਇਆ, ਇਹਦੀ ਕੁੜੀ ਨੇ ਕਾਲੇ ਨਾਲ ਵਿਆਹ ਕਰਾਇਆ ਸਾਡੀ ਸੁਸਾਇਟੀ 'ਚ। ਪਰ ਜਿੱਦਾਂ ਉਹ ਤੁਸੀਂ ਇੱਕ ਵਾਰੀ ਕਹਿੰਦੇ ਹੋ ਲੋਕ ਕੀ ਕਹਿਣਗੇ, ਅਸੀਂ ਪ੍ਰੋਗਰਾਮ ਕਰਦੇ ਸੀ, ਜਦੋਂ ਅਸੀਂ ਉਹ ਪਰਵਾਹ ਕਰਨੋਂ ਹਟ ਗਏ ਨਾ ਲੋਕ ਕੀ ਕਹਿਣਗੇ, ਉਹ ਸਾਡੇ ਲਈ ਇੱਕ ਬੜਾ ਪਲੱਸ ਪੁਆਇੰਟ ਹੋਊਗਾ ਅੱਗੇ ਵਧਣ ਦਾ। ਬਿਲਕੁਲ। ਮੈਨੂੰ ਇਹ ਕਹਿੰਦਾ ਵੈਸੇ ਥੋੜੀ ਤਸੱਲੀ ਹੁੰਦੀ ਹੈ ਕਿ ਸਾਡੀਆਂ ਕੁਝ ਬੱਚੀਆਂ ਜਿਹੜੀਆਂ ਨੇ ਇੱਥੇ ਜਿਹੜੀਆਂ ਨੌਕਰੀਆਂ ਕਰ ਰਹੀਆਂ ਨੇ, ਇੱਥੇ ਆ ਕੇ ਪੜ੍ਹਦੀਆਂ ਨੇ, ਉਹ ਕਾਫੀ ਸੁਚੇਤ ਨੇ। ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸਿਰਫ ਜਦੋਂ ਅਸੀਂ ਪਿਛਾਂਹ ਖਿੱਚਦੇ ਹਾਂ ਤਾਂ ਮੈਨੂੰ ਲੱਗਦਾ ਮੇਰੇ ਵਰਗੀ ਪੀੜ੍ਹੀ ਜਿਹੜੀ ਉਹ ਹੀ ਜ਼ਿਆਦਾ ਪਿਛਾਂਹ ਖਿੱਚਣ ਦੇ ਵਿੱਚ ਜਿਹੜੀ ਨਾ ਉਹਦਾ ਯੋਗਦਾਨ ਇਸ ਕੰਮ ਦੇ ਵਿੱਚ ਜ਼ਿਆਦਾ ਹੁੰਦਾ। ਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਸਾਡੀ ਉਸ ਪੀੜ੍ਹੀ ਨੂੰ ਜਿਹੜੀ ਸੁਚੇਤ ਨਹੀਂ ਹੈ, ਉਹਨੂੰ ਸੁਚੇਤ ਹੋਣ ਦੀ। ਬਿਲਕੁਲ। ਤੇ ਮੈਨੂੰ ਲੱਗਦਾ ਕਿ ਪ੍ਰੋਗਰਾਮ ਸਮਾਂ ਖਤਮ ਹੋ ਰਿਹਾ, ਤੇ ਧੰਨਵਾਦ ਤੁਹਾਡਾ ਬਹੁਤ ਬਹੁਤ। ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸੁਨੇਹਾ ਦੇ ਜਾਓ, ਕੀ ਕਰੀਏ ਕਿ ਜਿਹਦੇ ਨਾਲ ਅਸੀਂ ਚੇਤਨਤਾ ਲੈ ਆਈਏ, ਤੇ ਜੇ ਸਾਡਾ ਇੱਕ ਅਮੀਰ ਤੇ ਗਰੀਬ ਦਾ ਪਾੜਾ ਕੈਨੇਡਾ 'ਚ ਵੱਧ ਰਿਹਾ ਤੇ ਉਹਨੂੰ ਪੂਰਨ ਦਾ ਕੋਈ ਯਤਨ ਜਿਹੜਾ ਉਹ ਦੱਸੋ ਅਸੀਂ ਕੀ ਕਰੀਏ। ਮੈਂ ਤਾਂ ਇਹ ਕਹੂੰਗਾ ਵੀ ਸਭ ਤੋਂ ਪਹਿਲਾਂ ਨਾ, ਜੇ ਕਿਸੇ ਨੇ ਗਵਾਂਢੀ ਨੇ ਵੱਡਾ ਘਰ ਲੈ ਲਿਆ ਉਹਦੀ ਕੇਅਰ ਨਾ ਕਰੋ, ਜੇ ਕਿਸੇ ਨੇ ਵੱਡੀ ਕਾਰ ਲੈ ਲਈ ਉਹਦੀ ਪਰਵਾਹ ਨਾ ਕਰੋ। ਆਪਦੀ ਸਿੰਪਲ ਜ਼ਿੰਦਗੀ ਕੱਢੋ, ਟਾਈਮ ਕੱਢੋ, ਕਿਤਾਬਾਂ ਪੜ੍ਹੋ, ਦੇਖੋ ਦੁਨੀਆ 'ਚ ਹੋ ਕੀ ਰਿਹਾ। ਆਪ ਅਵੇਅਰ ਹੋਵੋ, ਨਾਲਦਿਆਂ ਨੂੰ ਅਵੇਅਰ ਕਰੋ। ਜਦੋਂ ਕੈਨੇਡਾ ਕੋਈ ਪ੍ਰੋਗਰੈਸ ਮੂਵਮੈਂਟ ਚੱਲਦੀ ਹੈ, ਉਹ 'ਚ ਵੱਧ ਚੜ੍ਹ ਕੇ ਹਿੱਸਾ ਲਵੋ। ਫਿਰ ਹੀ ਅਸੀਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ, ਮੇਨ ਸਟ੍ਰੀਮ ਲੋਕਾਂ ਦੇ ਵਿੱਚ ਕੋਈ ਸਾਡੀ ਦਿੱਖ ਬਣ ਸਕਦੀ ਹੈ। ਜਥੇਬੰਦਕ ਹੋਣ ਦੀ ਵੀ ਜ਼ਰੂਰਤ ਹੈ। ਬਿਲਕੁਲ ਜ਼ਰੂਰੀ ਆ। ਜਥੇਬੰਦਕ ਵੀ ਹੋਣਾ ਪੈਣਾ, ਆਰਗੇਨਾਈਜ਼ ਹੋਣਾ ਪੈਣਾ, ਖੜੇ ਹੋਣਾ ਪੈਣਾ। ਦੌੜ ਕੇ ਮੈਨੂੰ ਲੱਗਦਾ ਹੈ ਕਿ ਇੱਕ ਪੀੜ੍ਹੀ ਸਾਡੀ ਹੰਭ ਚੁੱਕੀ ਹੈ। ਅਸੀਂ ਅਗਲੀ ਪੀੜ੍ਹੀ ਨੂੰ ਹੰਭਾਉਣ ਤੋਂ ਬਚੀਏ। ਅਸੀਂ ਆਪਣੀਆਂ ਕਦਰਾਂ ਕੀਮਤਾਂ, ਮੈਨੂੰ ਲੱਗਦਾ ਜਿਹੜੀਆਂ ਕੁਝ ਚੰਗੀਆਂ ਨੇ ਉਹਨਾਂ ਨੂੰ ਬਰਕਰਾਰ ਰੱਖੀਏ, ਤੇ ਜਿਹੜੀਆਂ ਸਾਨੂੰ ਲੱਗਦਾ ਹੈ ਕਿ ਗਲਤ ਸੀ ਉਹਨਾਂ ਦਾ ਟੋਕਰਾ ਅਸੀਂ ਉੱਥੇ ਹੀ ਸੁੱਟ ਆਈਏ। ਅਸੀਂ ਚੋਣਾਂ ਦੇ ਸਿਸਟਮ ਨੂੰ, ਇਸ ਚੋਣ ਪ੍ਰਣਾਲੀ ਨੂੰ ਸਹੀ ਢੰਗ ਨਾਲ ਚੱਲਦਾ ਕਰੀਏ, ਨਾ ਕਿ ਚੋਣਾਂ ਜਿੱਤ ਕੇ ਸ਼ਰਾਬਾਂ ਪੀ ਤੇ ਮੀਟ ਖਾ ਕੇ, ਮੁਰਗੇ ਖਾ ਕੇ ਸੋਚੀਏ ਕਿ ਅਸੀਂ ਜਿੱਤ ਲਿਆ, ਬੁਲਬੁਲੀਆਂ ਮਾਰ ਲਈਆਂ। ਜਿੱਤਣ ਵਾਲਿਆਂ ਵਾਸਤੇ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਸੇਵਾ ਲਈ ਆਓ, ਨਾ ਕਿ ਪੋਸਟ ਗ੍ਰਹਿਣ ਕਰਨ ਵਾਸਤੇ ਆਓ, ਪਦਵੀ ਗ੍ਰਹਿਣ ਕਰਨ ਵਾਸਤੇ ਆਓ। ਸੋ ਗੱਲਾਂ ਬਾਤਾਂ ਬਹੁਤ ਸਾਰੀਆਂ ਅਸੀਂ ਕੀਤੀਆਂ ਨੇ ਹਰੀਪਾਲ ਜੀ ਹੋਣਾ ਨਾਲ। ਹਰੀਪਾਲ ਜੀ ਦਾ ਵੀ ਧੰਨਵਾਦ ਕਰਦੀ ਹਾਂ। ਧੰਨਵਾਦ। ਕਦੀ ਮੌਕਾ ਮਿਲਿਆ ਤੇ ਫਿਰ ਅਸੀਂ ਹੋਰ ਵੀ ਗੱਲਾਂ ਕਰਾਂਗੇ। ਬਿਲਕੁਲ ਬਿਲਕੁਲ। ਤੇ ਸਰੋਤਿਆਂ ਨੂੰ ਵੀ ਮੈਂ ਧੰਨਵਾਦ ਕਹਿਣ ਤੋਂ ਪਹਿਲਾਂ ਚਾਹਾਂਗੀ ਕਿ ਸਾਰੇ ਜਣੇ ਆਪਣੇ ਅੱਖ, ਨੱਕ ਤੇ ਕੰਨ ਖੋਲੀਏ। ਇੱਥੇ ਵੀ ਸਭ ਅੱਛਾ ਨਹੀਂ ਹੈ। ਇੱਥੋਂ ਵਾਲੀਆਂ ਊਣਤਾਈਆਂ ਨੂੰ ਸਮਝਣ ਦਾ ਯਤਨ ਕਰੀਏ, ਤੇ ਇਸ ਸਿਸਟਮ ਨੂੰ ਜਿੰਨਾ ਸਿਹਤਮੰਦ ਬਣਾ ਸਕਦੇ ਆ ਉਹਨਾਂ ਸਿਹਤਮੰਦ ਬਣਾਈਏ। ਲੈਣੀ ਹੈ ਛੁੱਟੀ, ਕਰਾਂਗੇ ਫਿਰ ਕਦੇ ਇਸ ਵਿਸ਼ੇ ਤੇ ਗੱਲਾਂ, ਤੇ ਮਿਲਾਂਗੇ ਅਗਲੇ ਸੋਮਵਾਰ ਗੱਲਬਾਤ ਪ੍ਰੋਗਰਾਮ ਦੇ ਵਿੱਚ ਫਿਰ ਕੋਈ ਹੋਰ ਵਿਸ਼ਾ ਲੈ ਕੇ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।